अंदो बाहर जगदीश दोहरा गुरबख्श सिंह निहंग की साखी सुनो सुजान पाई शहीदी उन भली भले अमृत सरे सुजान। वाहिगुरु जी का खालसा वाहिगुरु जी की फतेह। गुरु रूप गुरु खालसा संगत जी विभागी हो सहबान की गोद प्राप्त हो रही है। रबी बाणी का कीर्तन आप जी ने सर्व किया है। आओ खालसे का इतिहास महाकवि शहीद भाई रतन सिंह जी भंगू उन्होंने कलम तो कलमबंद होया सिखां का इतिहास 18वीं सदी दे वो आप जी सरवण करते आ रहे हो। आप जी ने पिछले दीवाना दे विच कथा इस प्रकार सुननी की सी। जैन खान मार दिता गया, सरहंद फतेह कर लई। फतेहगढ़ साहिब जी का गुरुद्वारा जिहड़ा है सिंघां ने तामीर कर दिता ते आपो अपनियां खालसा जिहड़ा है दिनों ब दिन मल्लां जिहड़ियां ने वो मार रहा है। आओ अगे कथा किस तरह चलती है वो सरवण करिए। देव सीस आखो सतनाम फिर करो कृपा आखो सतनाम सतनाम श्री वाहिगुरु साहिब जी। दोहरा गुरबख्श सिंह निहंग की साखी सुनो सुजान। हे गुरु की गुरु रूप प्यारी साध संगत जी, हुण आप जी निहंग सिंह बाबा गुरबख्श सिंह जी उन्हां दी जिहड़ी साखी है उन्हां दी जिहड़ी कथा है वो सुनना करो। बाबा गुरबख्श सिंह जी निहंग जिन्हां नूं अकाली बाबा गुरबख्श सिंह जी निहंग कहा जाता है। जदों धन गुरु गोबिंद सिंह जी महाराज जी ने दमदमा साहिब जी की पावन पवित्र धरती ते ਸਿੰਘਾਂ ਦੇ ਕੋਲੋਂ श्री गुरु ग्रंथ साहिब जी की संपूर्णता कराई तो उस समय 48 ਸਿੰਘਾਂ का जिहड़ा सी वो जिक्र आया है। संप्रदाय मर्यादा के अनुसार उत्थे भाई मनी सिंह जी, बाबा दीप सिंह जी, निहंग सिंह, बाबा गुरबख्श सिंह जी, अकाली भाई धर्म सिंह जी, 5 प्यारिਆਂ ਦੇ ਵਿੱਚੋਂ ਤੇ ਇੱਕ ਭਾਈ ਧਰਮ ਸਿੰਘ ਜੀ ਰੂਪੋਵਾਲ। ਇਹ 5 ਸਿੰਘਾਂ ਨੇ ਨਾਲ ਹੋਰ ਜਿਹੜੇ ਸਿੰਘ ਸਨ ਤਕਰੀਬਨ 48 ਸਿੰਘਾਂ ਦੀ ਗਿਣਤੀ ਆਉਂਦੀ ਹੈ। ਉਹਨਾਂ ਨੇ ਸੰਪੂਰਨਤਾ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕੋਲੋਂ ਸਮੁੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਣੀ ਅਰਥਾਂ ਦੇ ਸਮੇਤ। ਉਪਰੰਤ ਜਦੋਂ ਪਹਿਲਾ ਸ਼੍ਰੀ ਅਖੰਡ ਪਾਠ ਸਾਹਿਬ ਜੀ ਜਿਹੜਾ ਸੀ ਉੱਥੇ ਹੋਣਾ ਹੋਇਆ, ਉਹਨਾਂ ਦੇ ਵਿੱਚ ਜਿਹੜੇ 5 ਪਾਠੀ ਲੱਗੇ ਉਹਨਾਂ ਦੇ ਵਿੱਚ ਵੀ ਜਿਹੜੇ ਸਨ ਭਾਈ ਮਣੀ ਸਿੰਘ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ, ਭਾਈ ਧਰਮ ਸਿੰਘ ਜੀ 5 ਪਿਆਰਿਆਂ ਚੋਂ, ਤੇ ਫਿਰ ਭਾਈ ਧਰਮ ਸਿੰਘ ਜੀ ਰੂਪੇਵਾਲ ਵਾਲੇ, ਤੇ ਇੱਕ ਸਨ ਜਿਨ੍ਹਾਂ ਦੀ ਅੱਜ ਤੁਸੀਂ ਸਾਖੀ ਕਥਾ ਸੁਣਨ ਜਾ ਰਹੇ ਹੋ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਅਕਾਲੀ। ਇਹਨਾਂ 5 ਸਿੰਘਾਂ ਨੇ ਉਦੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਕੀਤਾ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਕ ਚੌਂਕੜੇ ਦੇ ਵਿੱਚ ਉਹ ਅਖੰਡ ਪਾਠ ਸਾਹਿਬ ਜੀ ਉਦੋਂ ਸੁਣਿਆ ਸੀ। ਸੰਪਰਦਾਈ ਜਿਹੜੇ ਸੰਪਰਦਾ ਪ੍ਰਣਾਲੀ ਚੱਲਦੀ ਹੈ ਉਹਨਾਂ ਦੇ ਕਹਿਣ ਦੇ ਮੁਤਾਬਕ ਇਹ ਬਾਬਾ ਨਿਹੰਗ ਸਿੰਘ ਜੀ ਅਕਾਲੀ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਬਹੁਤ ਸਮਾਂ ਜਿਹੜਾ ਸੀ ਗੁਜ਼ਾਰਨਾ ਕੀਤਾ ਸੀ ਜੀ। ਭਾਈ ਸ਼ਹੀਦੀ ਉਨ ਭਲੀ ਭਲ ਅੰਮ੍ਰਿਤ ਸਾਰੇ ਸੁਖਾਨ।
ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਦੀ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆਂ, ਦੁਸ਼ਟਾਂ ਕੋਲੋਂ ਉਸ ਘਰ ਦੀ ਮਰਿਆਦਾ ਨੂੰ ਬਚਾਉਂਦਿਆਂ ਹੋਇਆਂ, ਉਸ ਸਮੇਂ ਜਦੋਂ ਸ਼ਹੀਦੀ ਪਾਈ ਹੈ ਤੇ ਉਹ ਅਸਥਾਨ ਵੀ ਭਲਾ ਜਿੱਥੋਂ ਦੀ ਬੇਅਦਬੀ ਬਾਬਾ ਜੀ ਨੇ ਬਚਾਈ ਤੇ ਸ਼ਹੀਦ ਹੋਣ ਵਾਲੇ ਅਕਾਲੀ ਨਿਹੰਗ ਬਾਬਾ ਗੁਰਬਖਸ਼ ਸਿੰਘ ਜੀ ਉਹ ਵੀ ਭਲੇ ਹਨ। ਕਵੀ ਜੀ ਕਹਿੰਦੇ ਪਏ ਨੇ ਕਿ ਉਹ ਅਸਥਾਨ ਵੀ ਭਲਾ ਹੈ ਤੇ ਉਹ ਸ਼ਹੀਦੀ ਪਾਉਣ ਵਾਲਾ ਸਿੱਖ ਵੀ ਜਿਹੜਾ ਸੀ ਨਿਹੰਗ ਸਿੰਘ ਉਹ ਵੀ ਭਲਾ ਹੈ ਜੀ। ਚੌਪਈ ਹੁਤੋ ਭਜੰਗੀ ਓ ਵੱਡ ਚੰਗੀ। ਇਹ ਬੜਾ ਜਿਹੜਾ ਸੀ ਨਾ ਗੱਭਰੂ ਜਵਾਨ ਭੁਜੰਗੀ ਸੀ ਤੇ ਜੰਗਾਂ ਯੁੱਧਾਂ ਦੇ ਵਾਸਤੇ ਜਿਹੜਾ ਸੀ ਨਾ ਇਹ ਬੜਾ ਤਤਪਰ ਰਹਿੰਦਾ ਸੀ ਜੀ। ਨੀਲ ਬਸਤਰ ਰਖ ਰਹਿ ਰਹਿਤ ਚੰਗੀ। ਨੀਲ ਬਸਤਰ ਰਖ ਰਹੇ ਰਹਿਤ ਚੰਗੀ, ਭਾਵ ਨੀਲਾ ਬਾਣਾ ਪਾਉਂਦਾ ਸੀ ਤੇ ਰਹਿਤ ਦਾ ਬੜਾ ਪਰਪੱਕ ਸੀ। ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਪਾਣੀ ਕਰਨਾ, ਨਿਤਨੇਮ ਦੀਆਂ ਬਾਣੀਆਂ ਆਦਿ ਕਰਨੀਆਂ, ਫਿਰ ਸਰਬ ਲੋਕ ਗ੍ਰੰਥ ਪੜ੍ਹਨਾ, ਹਰ ਇੱਕ ਮਰਿਆਦਾ ਨੂੰ ਬੜੇ ਤੌਰ ਤਰੀਕੇ ਦੇ ਨਾਲ ਜੋ ਗੁਰੂ ਸਾਹਿਬਾਨ ਨੇ ਦੱਸਿਆ ਸੀ ਉਹਨੂੰ ਨਿਭਾਉਂਦਾ ਸੀ ਜੀ। ਪ੍ਰਾਤ ਉਠੈ ਅਰ ਸੁਖਾ ਪੀਵੈ। ਤੇ ਜਦੋਂ ਅੰਮ੍ਰਿਤ ਵੇਲੇ ਉੱਠਣਾ ਤੇ ਇਹਨਾਂ ਨੇ ਉਹ ਸ਼ਰਦਾਈ ਜਿਹੜੀ ਹੈ ਉਹ ਤਿਆਰ ਕਰਕੇ, ਜਿਨ੍ਹਾਂ ਨੂੰ ਨਿਹੰਗਾਂ ਸਿੰਘਾਂ ਦੀ ਬੋਲੀ ਦੇ ਵਿੱਚ ਸੁਖ ਨਿਦਾਨ ਵੀ ਕਿਹਾ ਜਾਂਦਾ ਹੈ, ਸੁੱਖਾ ਵੀ ਕਿਹਾ ਜਾਂਦਾ ਹੈ। ਚਲੋ ਅੱਜ ਦਾ ਮਤ ਜਿਹੜਾ ਹੈ ਉਹਨੂੰ ਕਿਸੇ ਹੋਰ ਪ੍ਰਕਰਨ ਦੇ ਵਿੱਚ ਵਾਚਦਾ ਹੈ, ਪਰ ਜੇ ਡੂੰਘਾਈ ਦੇ ਪੱਖ ਨੂੰ ਚੱਲੀਏ ਤੇ ਤਕਰੀਬਨ 1 ਘੰਟਾ ਜਿਹੜਾ ਇਸ ਦੀ ਵਿਆਖਿਆ ਤੇ ਲੱਗ ਜਾਵੇਗਾ। ਉਹ ਸਮਾਂ ਇਜਾਜ਼ਤ ਨਹੀਂ ਦਿੰਦਾ। ਜਿਹੜੀ ਕਥਾ ਅੱਜ ਤੁਸੀਂ ਸਰਵਣ ਕਰੋਗੇ ਇਹ ਤਕਰੀਬਨ ਮੇਰੇ ਖਿਆਲ ਨਾਲ ਸਮੇਂ ਦੇ ਲਿਹਾਜ਼ ਦੇ ਨਾਲ 6 ਦਿਨ ਜਿਹੜਾ ਹੈ ਇਸ ਪ੍ਰਕਰਨ ਨੂੰ ਮੁਕੰਮਲ ਹੁੰਦਿਆਂ ਲੱਗਣਗੇ, ਕਿਉਂਕਿ ਜੇ ਘੰਟਾ ਸਵਾ ਘੰਟੇ ਦੀ ਰੋਜ਼ ਕਥਾ ਹੋਏ ਤੇ ਤਕਰੀਬਨ 3 ਘੰਟੇ ਜਿਹੜੇ ਨੇ ਲਾਜ਼ਮੀ ਨੇ ਇਸ ਪ੍ਰਸੰਗ ਨੂੰ ਸੁਣਨ ਵਾਸਤੇ। ਇੱਥੇ ਸੁੱਖੇ ਦੀ ਜਦੋਂ ਗੱਲ ਆਉਂਦੀ ਹੈ ਤੇ ਧੰਨ ਗੁਰੂ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਅੰਮ੍ਰਿਤ ਵੇਲੇ ਇਹ ਉੱਠਦਾ ਸੀ ਤੇ ਇਹ ਸ਼ਰਦਾਈ ਬਣਾ ਕਰਕੇ ਪੀਂਦਾ ਸੀ ਜੀ। ਹੋਏ ਰਮਣੋ ਮੁਖੀ ਦਾਤਨ ਕੀਵੈ। ਤੇ ਇਹ ਆਪਨੇ ਜਦੋਂ ਅੰਮ੍ਰਿਤ ਵੇਲੇ ਇਸਨੇ ਉੱਠਣਾ ਹੈ ਤੇ ਫਿਰ ਆਪਣੇ ਕੋਲ ਇਹਨੇ ਜਿਹੜਾ ਹੈ ਉਹ ਦਾਤਨ ਵੀ ਜਿਹੜੀ ਹੈ ਉਹ ਕਰਦਾ ਸੀ ਜੀ ਅੰਮ੍ਰਿਤ ਵੇਲੇ। ਸਵਾ ਪਹਿਰ ਨਿਸ ਕਰੈ ਸਨਾਨ। ਸਵਾ ਪਹਿਰ ਰਾਤ ਰਹਿੰਦੇ ਆ ਤਕਰੀਬਨ 1:45 ਤੋਂ 2:30 ਦੇ ਦਰਮਿਆਨ ਉੱਠ ਬੈਠਦਾ ਸੀ ਤੇ ਇਸ਼ਨਾਨ ਕਰਦਾ ਸੀ। ਭਾਈ ਗੁਰਦਾਸ ਜੀ ਨੇ ਬੜਾ ਸੁੰਦਰ ਲਿਖਿਆ ਇਸ ਪਰਖਾਏ, ਕੁਰਬਾਨੀ ਤਿੰਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਨੀ ਤਿੰਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਾ ਵੰਦੇ। ਮੈਂ ਕੁਰਬਾਨ ਜਾਂਦਾ ਜਿਹੜੇ ਪਿਛਲ ਰਾਤ ਉੱਠ ਬੈਠਦੇ ਨੇ ਤੇ ਫਿਰ ਇਸ਼ਨਾਨ ਕਰਦੇ ਹਨ। ਬਾਣੀ ਪੜੈ ਖੜ ਪੱਗ ਵਧਾਨ। ਤੇ ਫਿਰ ਇਸ਼ਨਾਨ ਪਾਣੀ ਕਰਕੇ ਇਹ ਬਾਣੀ ਪੜ੍ਹਦਾ ਹੈ ਤੇ ਬਾਣੀ ਪੜ੍ਹ ਤੋਂ ਪਹਿਲਾਂ ਜਿਹੜਾ ਹੈ ਦਸਤਾਰਾ ਸੁੰਦਰ ਜਿਹੜਾ ਹੈ ਉਹ ਸਜਾਉਂਦਾ ਹੈ। ਤੇ ਸਜਾਉਂਦਾ ਕਿੱਦਾਂ ਹੈ? ਸਿੰਘ ਨਿਹੰਗ ਸਿੰਘ ਜਿਹੜੇ ਨੇ ਉਹ ਦਮਾਲਾ ਸਜਾਉਂਦੇ ਹਨ ਫਰਲੇ ਵਾਲਾ, ਤੇ ਉਹ ਬੈਠ ਕੇ ਨਹੀਂ ਸਜਾਉਂਦੇ, ਉਹ ਸ਼ੀਸ਼ੇ ਦੇ ਸਾਹਮਣੇ ਖੜੇ ਹੋ ਕੇ ਜਿਹੜੇ ਨੇ ਉਹ ਸਜਾਉਂਦੇ ਨੇ, ਜਿਹਦੇ ਵਿੱਚ ਉਹ ਦਸਤਾਰੇ ਦੇ ਉੱਤੇ ਜਿਹੜਾ ਹੈ ਉਹ ਚੱਕਰ ਲਾਉਂਦੇ ਨੇ। ਆਦਿਕ ਬੇਅੰਤ ਜਿਹੜੀਆਂ ਦਸਤਾਰੇ ਦੀਆਂ ਸ਼ੋਭਨੀਕ ਨਿਸ਼ਾਨੀਆਂ ਨੇ ਉਹ ਲਾਉਣ ਵਾਸਤੇ ਕਾਫੀ ਟਾਈਮ ਲੱਗਦਾ ਹੈ। ਇਸ ਕਰਕੇ ਉਹ ਖੜੇ ਹੋ ਕੇ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦਸਤਾਰਾ ਸਜਾਉਂਦੇ ਸਨ, ਫਿਰ ਬਾਣੀ ਪੜ੍ਹਦੇ ਸਨ ਜੀ। ਸਰਬ ਲੋਕ ਕੀ ਪੂਜਾ ਕਰੈ। ਤੇ ਸਰਬ ਲੋਕ ਦੀ ਪੂਜਾ ਕੀ ਹੈ ਗੁਰ ਕੀ ਸੰਗਤ ਜੀ? ਸਰਬ ਲੋਕ ਦੀ ਪੂਜਾ ਹੈ ਕਿ ਉਹਨਾਂ ਨੇ ਲੋਹੇ ਦੇ ਹੀ ਬਾਟਿਆਂ ਦੇ ਵਿੱਚ ਜਿਹੜਾ ਸੀ ਉਹ ਛਕਣਾ, ਲੋਹੇ ਦੇ ਹੀ ਬਾਟੇ ਜਿਹੜੇ ਸਨ ਆਪਣੇ ਅੰਗ ਸੰਗ ਰੱਖਣੇ, ਸ਼ਸਤਰ ਵੀ ਜਿਹੜੇ ਪਹਿਨਣੇ ਹਨ ਉਹ ਸਰਬ ਲੋਹ ਦੇ ਜਿਹੜੇ ਸਨ ਉਹ ਪਹਿਨਦੇ ਹੁੰਦੇ ਸਨ। ਭਾਵ ਜ਼ਿਆਦਾਤਰ ਨਿਹੰਗ ਸਿੰਘ ਜਿਹੜੇ ਸਨ ਅੱਜ ਵੀ ਤੁਸੀਂ ਦੇਖੋ ਉਹ ਸਰਬ ਲੋਹ ਦੇ ਬਾਟਿਆਂ ਦਾ ਹੀ ਇਸਤੇਮਾਲ ਕਰਦੇ ਨੇ। ਉਹਨਾਂ ਦੇ ਜਿੰਨੇ ਵੀ ਸ਼ਸਤਰ ਹੋਣਗੇ ਉਹ ਸਰਬ ਲੋਹ ਦੇ ਜਿਹੜੇ ਹਨ ਉਹ ਹੁੰਦੇ ਸਨ ਜੀ। ਨਮਸਕਾਰ ਕਰ ਸ਼ਸਤਰ ਫੜੈ। ਤੇ ਜਦੋਂ ਸ਼ਸਤਰਾਂ ਨੂੰ ਉਹਨਾਂ ਨੇ ਪਕੜਨਾ
ਪਹਿਲਾਂ ਸ਼ਸਤਰਾਂ ਨੂੰ ਜਿਹੜਾ ਸੀ ਨਾ ਉਹ ਮੱਥਾ ਟੇਕਣਾ। ਗੁਰੂ ਸਾਹਿਬ ਜੀ ਆਖਣਾ ਕਰਦੇ ਹਨ, ਜਿਹੇ ਹਮਾਰੇ ਪੀਰ, ਉਹ ਪੀਰ ਜਾਣਦੇ ਸਨ ਸ਼ਸਤਰਾਂ ਨੂੰ। ਇਸ ਕਰਕੇ ਨਿਹੰਗ ਸਿੰਘ ਜਿਹੜੇ ਸਨ ਸ਼ਸਤਰਾਂ ਨੂੰ ਚੱਕਣ ਤੋਂ ਪਹਿਲਾਂ ਉਹਨਾਂ ਦਾ ਬਾ-ਅਦਬ ਸਤਿਕਾਰ ਕਰਦੇ ਸਨ ਜੀ। ਸਰਬ ਲੋਕਲ ਮਾਲਾ ਪਾਵੈ। ਗੁਰੂ ਕੀ ਸੰਗਤ ਜੀ ਬੜੀਆਂ ਸੰਪਰਦਾਵਾਂ ਹਨ ਤੇ ਹਰ ਇੱਕ ਸੰਪਰਦਾ ਦੇ ਵਿੱਚ ਮਾਲਾ ਦਾ ਵਰਣਨ ਜਿਹੜਾ ਮਿਲ ਜਾਵੇਗਾ। ਜੇ ਤੁਸੀਂ ਸੰਨਿਆਸੀ ਮਤ ਵੱਲ ਚਲੇ ਜਾਓ ਤੇ ਉਹ ਤੁਲਸੀ ਦੀ ਜਿਹੜੀ ਹੈ ਮਾਲਾ ਪਹਿਨਦੇ ਨੇ। ਜੇ ਤੁਸੀਂ ਜਿਹੜਾ ਹੈ ਇੱਧਰ ਸ਼ਿਵ ਜੀ ਦੇ ਮਤ ਵੱਲ ਚਲੇ ਜਾਓ ਤੇ ਉਹ ਰੁਦਰਾਕਸ਼ ਦੀ ਮਾਲਾ ਜਿਹੜੇ ਨੇ ਉਹ ਪਹਿਨਦੇ ਨੇ। ਇੱਦਾਂ ਜਿਹੜੇ ਗੁਰੂ ਕੇ ਅਕਾਲੀ ਸਨ, ਜਿਹੜੇ ਸਿੰਘ ਨਿਹੰਗ ਸਨ, ਉਹ ਨਾ ਜਿਹੜੀ ਮਾਲਾ ਪਹਿਨਦੇ ਸਨ ਉਹ ਸਰਬਲੋਹ ਦੀ ਹੀ ਪਹਿਨਦੇ ਸਨ। ਅੱਜ ਵੀ ਤੁਸੀਂ ਇਹਨਾਂ ਚੀਜ਼ਾਂ ਨੂੰ ਪੁਰਾਤਨ ਨਿਹੰਗ ਸਿੰਘ, ਚਲੋ ਅੱਜ ਦੇ ਨਿਹੰਗ ਸਿੰਘਾਂ ਦਾ ਹਰ ਕੋਈ ਬਾਰ-ਬਾਰ ਉਹੀ ਗੱਲ ਸਾਹਮਣੇ ਆਉਂਦੀ ਹੈ, 5 ਉਂਗਲਾਂ ਕਦੇ ਬਰਾਬਰ ਨਹੀਂ ਹੋਈਆਂ। ਨਿਹੰਗਾਂ ਦੀ ਪਰਿਭਾਸ਼ਾ ਬੜੀ ਲੰਬੀ ਹੈ ਤੇ ਬੜੀ ਹੀ ਉੱਚ ਕੋਟੀ ਦੀ ਪਾਏਦਾਰ ਰੱਖਣ ਵਾਲੀ ਸੀ। ਪਰ ਹੌਲੀ ਹੌਲੀ ਜਿਸ ਤਰ੍ਹਾਂ ਅੱਜ ਸਿੱਖ ਜਿਹੜਾ ਹੈ ਉਹ ਨਿਗਲਿਆ ਜਾ ਚੁੱਕਾ ਹੈ ਨਾ, ਇਸ ਤਰ੍ਹਾਂ ਹਰ ਸੰਪਰਦਾ ਜਿਹੜੀ ਮਾੜੀ ਨਹੀਂ ਸੀ, ਪਰ ਸੰਪਰਦਾ ਦੇ ਵਿੱਚ ਕੁਝ ਇਹੋ ਜਿਹੇ ਬੰਦਿਆਂ ਨੇ ਢਾਹ ਲਾ ਦਿੱਤੀ ਕਿ ਉਹ ਸੰਪਰਦਾ ਜਿਹੜਾ ਹੈ ਉਹਦਾ ਵਿਗੜਨਾ ਰੂਪ ਜਿਹੜਾ ਸੀ ਉਹ ਸਾਹਮਣੇ ਪ੍ਰਚਲਿਤ ਹੋ ਗਿਆ। ਕੰਗਣ ਸਿਮਰਨ ਲੋਭ ਸੁਹਾਵਾ। ਤੇ ਜਿਹੜਾ ਉਹਨਾਂ ਦੇ ਹੱਥ ਦੇ ਵਿੱਚ ਕੰਗਣ ਹੁੰਦਾ ਸੀ, ਭਾਵ ਜਿਹੜਾ ਕੜਾ ਹੁੰਦਾ ਸੀ ਉਹ ਵੀ ਲੋਹੇ ਦਾ। ਤੇ ਜੇ ਉਹਨਾਂ ਨੇ ਸਿਮਰਨ ਕਰਨਾ ਤੇ ਸਿਮਰਨ ਕਰਨ ਵਾਸਤੇ ਸਿਮਰਨਾ ਹੁੰਦਾ ਸੀ ਤੇ ਉਹ ਸਿਮਰਨਾ ਹੁੰਦਾ ਸੀ ਲੋਹੇ ਦਾ, ਭਾਵ ਸਰਬ ਲੋਹੇ ਦਾ, ਜਿਹਨੂੰ ਆਪਾਂ ਅੱਜ ਮੋਤੀਆਂ ਦੀ ਮਾਲਾ ਕਹਿ ਸਕਦੇ ਹਾਂ। ਆ ਜਿੰਨੇ ਨਿਰਮਲ ਪੰਥੀ ਹੈ ਨਾ, ਜਿਨ੍ਹਾਂ ਨੂੰ ਆਪਾਂ ਨਿਰਮਲ ਕੁਟੀਆ ਵਾਲੇ ਕਹਿੰਦੇ ਹਾਂ, ਇਹਨਾਂ ਦੇ ਕੋਲੋਂ ਜਿਹੜਾ ਹੈ ਨਾ ਉਹ ਜ਼ਿਆਦਾਤਰ ਮੋਤੀਆਂ ਦੀ ਮਾਲਾ ਹੁੰਦੀ ਹੈ। 108 ਮੋਤੀ, ਕਈਆਂ ਕੋ ਕਾਲੇ ਰੰਗ ਦੀ ਮਾਲਾ ਹੁੰਦੀ ਹੈ ਤੇ ਕਈਆਂ ਕੋ ਚਿੱਟੇ ਰੰਗ ਦੀ ਜਾਂ ਹਰੇ ਰੰਗ ਦੀ ਹੁੰਦੀ ਹੈ। ਪਰ ਉਹ ਗਲ 'ਚ ਵੀ ਪਾਉਂਦੇ ਹਨ ਇੱਦਾਂ ਦੀਆਂ ਮਾਲਾਂ ਤੇ ਸਿਮਰਨਾ ਵੀ ਉਸਾਂ ਮਾਲਾਂ ਦਾ ਰੱਖਦੇ ਸਨ। ਪਰ ਨਿਹੰਗ ਸਿੰਘ ਜਿਹੜੇ ਹਨ ਉਹ ਗਲੇ ਦੇ ਵਿੱਚ ਲੋਹੇ ਦੀ ਹੀ ਮਾਲਾ ਪਹਿਨਦੇ ਸਨ ਜੇ ਪਾਉਂਦੇ ਸਨ, ਤੇ ਜਿਹੜਾ ਸਿਮਰਨਾ ਹੁੰਦਾ ਸੀ ਉਹ ਵੀ ਉਹਨਾਂ ਦਾ ਲੋਹੇ ਦਾ ਹੁੰਦਾ ਸੀ ਜੀ। ਲੋ ਚਕਰ ਲੋ ਤੋੜੈ ਧਾਰ। ਤੇ ਦਸਤਾਰਾ ਜਦੋਂ ਸਜਾਉਂਦੇ ਸਨ ਤੇ ਦਸਤਾਰੇ ਦੇ ਉੱਤੇ ਉਹ 8-8 9 ਚੱਕਰ ਜਿਹੜੇ ਸਨ ਲੋਹੇ ਦੇ ਉਹ ਸਜਾਉਂਦੇ ਹੁੰਦੇ ਸਨ, ਸਰਬ ਲੋਹ ਦੇ ਚੱਕਰ। ਤੇ ਉਹਨਾਂ ਚੱਕਰਾਂ ਦੇ ਉੱਪਰ ਜਿਹੜੀ ਸੀ ਨਾ ਇੱਕ ਤੋੜਾ ਸਜਾਉਂਦੇ ਸਨ। ਤੋੜਾ ਕਹਿੰਦੇ ਸਨ ਗੁਰੂ ਕੀ ਸੰਗਤ ਜੀ ਇੱਕ ਲੋਹੇ ਦੀ ਮਾਲਾ, ਜਿਸ ਤਰ੍ਹਾਂ ਵੱਡੀ ਮਾਲਾ ਲੋਹੇ ਦੀ ਕਹਿ ਲਈਏ, ਤੇ ਉਹਨੂੰ ਦੁਮਾਲੇ ਦੇ ਤੇ ਚੱਕਰਾਂ ਨੂੰ ਜਿਹੜਾ ਸੀ ਬੰਨ੍ਹਣ ਵਾਸਤੇ ਉਹ ਆਲੇ ਦੁਆਲੇ ਘੁਮਾ ਕੇ ਤੇ ਇੱਕ ਚੀਰ ਜਿਹੜਾ ਸੀ ਜਿੱਥੇ ਚੀਰ ਪੈਂਦਾ ਹੈ ਮੱਥੇ ਤੋਂ, ਉਸ ਚੀਰ ਰਾਹੀਂ ਕਈ 2 ਜਾਂ 1 ਵੱਲ ਦੇ ਕਰਕੇ ਉਹ ਉੱਤੇ ਜਿਹੜਾ ਸੀ ਤੋੜਾ, ਉਹਨੂੰ ਕਹਿੰਦੇ ਤੋੜਾ ਬੰਨ੍ਹਣਾ, ਉਹ ਤੋੜਾ ਬੰਨ੍ਹਦੇ ਸਨ। ਉਹਦਾ ਕਾਰਨ ਕੀ ਸੀ? ਇੱਕ ਤੇ ਦਮਾਲੇ ਦੀ ਸੇਫਟੀ ਸੀ, ਇੱਕ ਕੋਈ ਕਿਤੇ ਦੁਸ਼ਮਣ ਹਮਲਾ ਕਰ ਦਵੇ ਤੇ ਕਈ ਵਾਰ ਭਾਰੀ ਹਮਲੇ ਦੇ ਨਾਲ ਦਮਾਲਾ ਜਿਹੜਾ ਸੀ ਲੱਥ ਸਕਦਾ ਸੀ। ਪਰ ਜਦੋਂ ਕੱਸ ਕੇ ਤੋੜਾ ਬੰਨਿਆ ਹੋਵੇ ਦਮਾਲੇ ਦੇ ਉੱਤੇ, ਉਹ ਚੱਕਰ ਵੀ ਨਹੀਂ ਸੀ ਡਿੱਗਦੇ ਤੇ ਦਮਾਲਾ ਵੀ ਡਿੱਗਣ ਤੋਂ ਬਚ ਜਾਂਦਾ ਸੀ। ਤੇ ਤੀਜਾ ਕੰਮ, ਉਹ ਜਿਹੜਾ ਤੋੜਾ ਸੀ ਉਹ ਸਿਰ ਦੀ ਬੜੀ ਮਜ਼ਬੂਤੀ ਦੇ ਨਾਲ ਜਿਹੜੀ ਸੀ ਰੱਖਿਆ ਕਰਦਾ ਸੀ। ਇੱਥੋਂ ਤੱਕ ਵੀ ਸੁਣਨ ਨੂੰ ਮਿਲਦਾ ਪੁਰਾਣੇ ਬਜ਼ੁਰਗਾਂ ਨੂੰ ਕਿ ਜਦੋਂ ਸਿੰਘ ਦਮਾਲਾ ਸਜਾਉਂਦੇ ਸਨ ਨਾ ਨਿਹੰਗ ਫਰਲੇ ਵਾਲਾ, ਤੇ ਜਿੱਥੇ ਬੜਾ ਵੱਡਾ ਦਸਤਾਰਾ ਸਜਾਇਆ ਜਾਂਦਾ ਸੀ, ਉਹ ਕਹਿੰਦੇ ਨਾ ਲੋਕਾਂ ਦੀਆਂ ਪੱਗਾਂ ਤੇ ਖਾਲਸੇ ਦਾ ਦਸਤਾਰਾ ਹੈ। ਇਸ ਤਰ੍ਹਾਂ ਉਹ ਜਿਹੜਾ ਦਸਤਾਰਾ ਸਜਾਉਂਦੇ ਸਨ ਉਹਦੇ ਥੱਲੇ ਇੱਕ ਲੱਕੜ ਦੀ ਜਿਹੜੀ ਸੀ ਨਾ ਉਹ ਗੋਲ ਸਿਰ ਵਾਂਗੂ ਚੋਟੀ ਜਿਹੜੀ ਹੁੰਦੀ ਹੈ ਫੱਟੀ, ਉਹ ਰੱਖ ਵੀ ਲਈ ਜਾਂਦੀ ਸੀ। ਕਾਰਨ ਕਿ ਸਿਰ ਦੇ ਵਾਰ ਨੂੰ ਉਹ ਫੱਟੀ ਵੀ ਜਿਹੜੀ ਸੀ ਉਹ ਬਚਾਉਂਦੀ ਸੀ ਦਮਾਲੇ ਦੇ ਰਾਹੀਂ, ਕਿਉਂਕਿ ਜੰਗਾਂ ਯੁੱਧਾਂ ਦੀਆਂ ਮੁਹਿੰਮਾਂ ਉਹਨਾਂ ਸਮਿਆਂ ਦੇ ਵਿੱਚ ਆਮ ਸੀ। ਜਿਸ ਤਰ੍ਹਾਂ ਆਪਾਂ ਕਹਿ ਸਕਦੇ ਅੱਜ ਡਰਾਈਵਰੀ ਕਿਸੇ ਨੇ ਮੋਟਰਸਾਈਕਲ 'ਤੇ ਕਰਨੀ ਹੋਵੇ ਤਾਂ ਉਹਨੂੰ ਕਹਿੰਦੇ ਹੈਲਮਟ ਪਾ, ਬੜਾ ਜ਼ਰੂਰੀ ਹੈ। ਕਾਰਨ ਕਿ ਕਿਤੇ ਐਕਸੀਡੈਂਟ ਹੋ ਜਾਵੇ ਤੇ ਤੇਰਾ ਸਿਰ ਜਿਹੜਾ ਹੈ ਥੱਲੇ ਲੱਗੇ ਤੇ ਬਚ ਜਾਵੇ। ਇਸ ਤਰ੍ਹਾਂ ਕਹਿ ਲਈਏ ਉਹ ਹੈਲਮਟ ਅੱਜ ਦੇ ਸਮੇਂ ਨਾਲ ਸਮਝਣਾ ਹੋਵੇ
ਤੇ ਹੈਲਮਟ ਦਾ ਕੰਮ ਜਿਹੜਾ ਸੀ ਨਾ, ਇਹ ਤੋੜੇ ਇਹ ਕੜੇ ਜਿਹੜੇ ਸਨ ਨਾ ਉਹ ਕਰਦੇ ਸਨ ਜੀ। ਸਰਬ ਲੋਕੀ ਰੱਖਿਆ ਉਚਾਰਾ, ਤੇ ਫਿਰ ਉਹ ਸਰਬ ਲੋਹ ਦੀ ਜਿਹੜੀ ਸੀ ਰੱਖਿਆ ਉਚਾਰਤ ਸਨ। ਰੱਖਿਆ ਦਾ ਭਾਵ ਸੀ ਕਿ ਉਹ ਦਸਮ ਗ੍ਰੰਥ ਦੇ ਵਿੱਚ ਜਿਹੜਾ ਸਰਬ ਲੋਹ ਗ੍ਰੰਥ ਹੈ, ਕਹਿ ਲਈਏ ਉਹਦੀ ਬਾਣੀ ਜਿਹੜੀ ਸੀ ਨਾ ਉਹ ਉਚਾਰਨਾ ਕਰਦੇ ਸਨ ਜੀ। ਸ੍ਰੀ ਸਰਬ ਲੋਹ ਜੀ ਦੀ ਸਦਾ ਰੱਖਾ ਹਮਨੇ, ਸ੍ਰੀ ਸਰਬ ਲੋਹ ਜੀ ਦੀ ਰੱਖਾ ਹਮਨੇ, ਦਸਤ ਦਸਤਾਨੇ ਰਖ ਸੋਟਨ ਜੋਵੇ। सर्व लोक की रक्षा हम है, सर्व काल की रक्षा हम है, सर्व काल हर रक्षा हम है। ਇਹ ਬਾਣੀ ਸਰਬ ਲੋਕ ਗ੍ਰੰਥ ਦੇ ਵਿੱਚ ਹੈ। ਗੁਰੂ ਕੀ ਸੰਗਤ ਜੀ ਜਿਹੜੇ ਨਿਹੰਗ ਸਿੰਘ ਉਹਨਾਂ ਸਮਿਆਂ ਦੇ ਅੰਦਰ ਜਿਹੜੇ ਸਨ ਖੂਬ ਉਹਨਾਂ ਦੀ ਰਸਨਾ ਤੇ ਚੜੀ ਹੁੰਦੀ ਸੀ। ਤੇ ਜਦੋਂ ਦਸਤਾਰੇ ਸਜਾਉਣੇ, ਆਮ ਵਿਚਰਨਾ ਉਹਨਾਂ ਨੇ, ਤੇ ਆਮ ਉਹਨਾਂ ਦੀ ਇਹ ਬਾਣੀ ਜਿੱਦਾਂ ਆਪਾਂ ਜਪਜੀ ਸਾਹਿਬ ਬੋਲ ਲੈਂਦੇ ਹਾਂ, ਨਾਲ ਦੇ ਨਾਲ ਸੁਖਮਨੀ ਸਾਹਿਬ ਬੋਲ ਲੈਂਦੇ ਹਾਂ, ਰਾਮਕਲੀ ਦੀ ਬਾਣੀ ਬੋਲ ਲੈਂਦੇ ਹਾਂ, ਇੱਦਾਂ ਇਹ ਆਮ ਬਾਣੀਆਂ ਚੜੀਆਂ ਹੋਈਆਂ ਸਨ। ਆਪਾਂ ਤਾਂ ਸ਼ਾਇਦ ਸੁਣੀਆਂ ਵੀ ਨਾ ਹੋਣ ਇਹਨਾਂ ਸਮਿਆਂ ਦੇ ਅੰਦਰ, ਪਰ ਬਹੁਤ ਜ਼ਰੂਰੀ ਸਨ ਉਹਨਾਂ ਨੂੰ ਇਹ ਬਾਣੀਆਂ। ਉਹ ਰਸਨਾ ਦੇ ਉੱਤੇ ਚੜੀਆਂ ਹੁੰਦੀਆਂ ਸਨ, ਨਾਲ ਨਾਲ ਤਿਆਰ ਹੁੰਦੇ ਸਨ, ਨਾਲ ਨਾਲ ਜਿਹੜੇ ਸਨ ਇਹ ਬਾਣੀ ਉਚਾਰਦੇ ਸਨ ਜੀ। ਸਭਾ ਗੱਜ ਕੋ ਕਛ ਪਰ ਹਰੈ ਸੇਤ, ਦਸਤ ਦਸਤਾਨੇ ਲਖਤ ਸੋਟਨ ਜੋ ਹੇਤ। ਤੇ ਉਹਨਾਂ ਦੀ ਹੋਰ ਤਿਆਰੀ ਸੁਣੋ। ਜਦੋਂ ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਤਿਆਰ ਹੁੰਦੇ ਸਨ, ਉਹਨਾਂ ਦਾ ਸਾਰਾ ਸਰੀਰ ਆਂਦੇ ਨੇ ਕਿ ਲੋਹੇ ਦੇ ਨਾਲ ਮੜਿਆ ਹੁੰਦਾ ਸੀ, ਜਿਹਦੇ ਵਿੱਚ ਦਸਤਾਨੇ ਵੀ ਲੋਹੇ ਦੇ, ਸੰਜੋਗ ਵੀ ਜਿਹੜੀ ਸੀ ਉਹ ਲੋਹੇ ਦੀ ਹੁੰਦੀ ਸੀ, ਕੜੇ ਉੱਪਰ ਦਮਾਲੇ ਦੇ ਲੋਹੇ ਤੇ, ਤੋੜਾ ਜਿਹੜਾ ਸੀ ਉਹ ਵੀ ਲੋਹੇ ਦਾ। ਇੱਕ ਉਹਨਾਂ ਨੇ ਗੜਵਾ ਵੀ ਜਿਹੜਾ ਸੀ ਨਾ ਆਪਣੇ ਲੱਕ ਦੇ ਨਾਲ ਜਿਹੜਾ ਸੀ ਉਹ ਬੰਨਿਆ ਹੁੰਦਾ ਸੀ, ਉਹ ਵੀ ਸਰਬ ਲੋਹ ਦਾ ਬੰਨਿਆ ਹੁੰਦਾ ਸੀ। ਜਦੋਂ ਮੁਕਤਸਰ ਸਾਹਿਬ ਜੀ ਦੇ ਇਤਿਹਾਸ ਨੂੰ ਤੁਸੀਂ ਯਾਦ ਕਰੋਗੇ ਤੇ ਉਸ ਸਮੇਂ ਟਿੱਬੀ ਸਾਹਿਬ ਗੁਰਦੁਆਰੇ ਦੇ ਇੱਕ ਕਥਾ ਬੜੀ ਪ੍ਰਚਲਿਤ ਹੋਈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨਾ ਸਵੇਰ ਅੰਮ੍ਰਿਤ ਵੇਲੇ ਜਦੋਂ ਜੰਗਲ ਪਾਣੀ ਜਾਂਦੇ ਨੇ, ਜਾਂਦੇ ਇਕੱਲੇ ਸਨ, ਤੇ ਜਦੋਂ ਜੰਗਲ ਜਾਣ ਲੱਗੇ ਤੇ ਇੱਕ ਤੁਰਕ ਨੇ ਹਮਲਾ ਕਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋ ਉਸ ਸਮੇਂ ਜਿਹੜਾ ਗੜਵਾ ਸੀ ਪਾਣੀ ਵਾਲਾ ਉਹ ਲੋਹੇ ਦਾ ਸੀ। ਇਸ ਕਰਕੇ ਉਹਨਾਂ ਨੇ ਜਦੋਂ ਤੁਰਕ ਨੇ ਹਮਲਾ ਕੀਤਾ, ਪਹਿਲਾਂ ਤੇ ਉਸ ਗੜਵੇ ਦੇ ਨਾਲ ਤਲਵਾਰ ਦਾ ਜਿਹੜਾ ਸੀ ਉਹ ਵਾਰ ਰੋਕ ਲਿਆ। ਤਲਵਾਰ ਆਂਦੇ ਉਸੇ ਵੇਲੇ ਦੋ ਟੋਟੇ ਹੋ ਗਈ, ਇੰਨਾ ਭਾਰੀ ਜ਼ਬਰਦਸਤ ਨੇ ਵਾਰ ਕੀਤਾ ਸੀ। ਤੇ ਉਹੀ ਗੜਵਾ ਘੁਮਾ ਕਰਕੇ ਜਦੋਂ ਉਹਦੇ ਮੂੰਹ ਤੇ ਮਾਰਿਆ, ਉਹਦੇ 32 ਦੰਦ ਬਾਹਰ ਕੱਢ ਕੇ ਤੁਹਾਨੂੰ ਭੂੰ ਦੇ ਵਿੱਚ ਮੇਰੇ ਮਾਲਕ ਨੂੰ ਮਲੀਆ ਮੇਟ ਕਰ ਦਿੱਤਾ। ਉਹਦੀ ਉਸੇ ਵੇਲੇ ਜਿਹੜੀ ਸੀ ਮੌਤ ਹੋ ਗਈ। ਸੋ ਇਸ ਕਰਕੇ ਨਿਹੰਗ ਸਿੰਘ ਆਪਣੇ ਸਰੀਰ ਦੇ ਉੱਤੇ ਸੰਜੋਗ ਪਹਿਨਦੇ ਸਨ। ਬਾਬਾ ਗੁਰਬਖਸ਼ ਸਿੰਘ ਜੀ ਦਸਤਾਨੇ ਵੀ ਜਿਹੜੇ ਸਨ ਲੋਹੇ ਦੇ ਪਹਿਨਦੇ ਸਨ, ਤੇ ਨਾਲ ਇੱਕ ਲੋਹੇ ਦਾ ਗੜਵਾ ਰੱਖਦੇ ਸਨ। ਕਾਰਨ ਕਿ ਪਾਣੀ ਵੀ ਪੀਣਾ ਹੁੰਦਾ ਸੀ, ਉਹ ਵੀ ਸਰਬ ਲੋਹ ਦਾ ਸੀ। ਪਰ ਜੇ ਕਿਤੇ ਉਹ ਜੰਗ ਦੀ ਮੁਹਿੰਮ ਦੇ ਵਿੱਚ ਵਰਤਣਾ ਪੈ ਜਾਵੇ ਤੇ ਢਾਲ ਦਾ ਕੰਮ ਵੀ ਕਰ ਜਾਂਦੇ ਸਨ, ਤੇ ਆਪਣੇ ਹੱਥਾਂ ਦੇ ਵਿੱਚ ਪਾ ਕਰਕੇ ਉਹਦੇ ਵਿੱਚ ਆਪਣਾ ਹੱਥ ਪਾ ਕੇ ਗੜਵੇ ਦੇ ਤੇ ਕਿਸੇ ਦੇ ਮੂੰਹ ਤੇ ਵੀ ਮਾਰਨਾ ਹੋਵੇ ਤੇ ਉਹ ਸ਼ਸਤਰ ਦਾ ਕੰਮ ਕਰ ਜਾਂਦਾ ਸੀ। ਇਸ ਤਰ੍ਹਾਂ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਜਿਹੜੇ ਸਨ ਆਪਣੀ ਤਿਆਰੀ ਕਰਦੇ ਸਨ। ਇੱਕ ਉਹਨਾਂ ਨੇ ਸੋਟਾ ਰੱਖਿਆ ਹੁੰਦਾ ਸੀ ਆਪਣੇ ਕੋਲ, ਆਪਾਂ ਕੱਲ੍ਹ ਵੀ ਸਰਵਣ ਕੀਤਾ, ਆਸਾ ਹੱਥ ਕਿਤਾਬ ਕਸ਼। ਬਾਬੇ ਨੇ ਵਿਚਾਰ ਤੇ ਹਥਿਆਰ ਨਾਲ ਨਾਲ ਦਿੱਤਾ ਸਨ, ਤੇ ਉਹ ਹਥਿਆਰ ਦੀ ਗੱਲ ਜਿਹੜੀ ਹੈ, ਵਿਚਾਰ ਦੀ ਗੱਲ ਅੱਜ ਚੱਲ ਰਹੀ ਹੈ। ਇਹ ਮਾਲਕ ਦੀ ਜਿਹੜੀ ਹੈ ਅਚਨਚੇਤ ਹੀ ਵਿਧ ਜਿਹੜੀ ਹੈ ਕੋਈ ਬਣਦੀ ਹੈ। ਕਿ ਕੱਲ ਆਪਾਂ ਉਹ ਗੱਲ ਕਰਦੇ ਪਏ ਸਾਂ ਹੋਲੇ ਮੁਹੱਲੇ ਦੀ, ਤੇ ਅੱਜ ਬਾਬੇ ਨੇ ਜਿਹੜਾ ਹੈ ਉਹੀ ਉੱਦਾਂ ਦਾ ਹੀ ਪ੍ਰਸੰਗ ਜਿਹੜਾ ਝੋਲੀ ਵਿੱਚ ਪਾ ਦਿੱਤਾ। ਹੁਣ ਉਹ ਜਿਹੜੇ ਸੋਟਾ ਰੱਖਦੇ ਸਨ, ਉਹ ਤੇ ਸੋਟਾ ਇਸ ਪ੍ਰਕਾਰ ਸੀ ਕਿ ਜੇ ਕਿਤੇ ਕਿਸੇ ਨੂੰ ਸੁੱਕਾ ਰਗੜਨਾ ਹੋਵੇ ਤੇ ਫਿਰ ਸੋਟਾ ਵਰਤ ਲੈਂਦੇ ਸਨ, ਤੇ ਜੇ ਕਿਸੇ ਨੂੰ ਗਿੱਲਾ ਜਿਹੜਾ ਸੀ ਨਾ ਉਹ ਸੋਧਾ ਲਾਉਣਾ ਹੋਏ, ਭਾਵ ਕਿਸੇ ਦਾ ਖੂਨ ਖਾਨ ਕੱਢਣਾ ਹੋਵੇ, ਉਹਨੂੰ ਜਾਨੋਂ ਮੁਕਾਉਣਾ ਹੋਵੇ, ਉਹਦੀਆਂ ਬਾਚੀਆਂ ਭੰਨਣੀਆਂ ਹੋਣ, ਤੇ ਫਿਰ ਉਹ ਸ਼ਸਤਰ ਉਠਾ ਲੈਂਦੇ ਸਨ ਬਾਬਾ ਜੀ। ਨਹੀਂ ਤਾਂ ਫਿਰ ਕਹਿੰਦੇ ਕੋਈ ਗੱਲ ਨਹੀਂ, ਇਹਨੂੰ ਮਾੜਾ ਮੋਟਾ ਸਮਝਾਉਣਾ ਹੀ ਹੈ, ਤੇ ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ, ਇਹਨੂੰ ਉੱਦਾਂ ਸਮਝਾ ਦਿੰਦੇ ਆ। ਉਹ ਸਲੋਤਰੇ ਦੇ ਨਾਲ, ਡੰਡੇ ਦੇ ਨਾਲ ਹੀ ਆਪਣਾ ਕੰਮ ਸਾਰ ਲੈਂਦੇ ਸਨ। ਇਸ ਤਰ੍ਹਾਂ ਡੰਡਾ ਵੀ ਬੜਾ ਕੰਮ ਆਉਂਦਾ ਸੀ। ਸਵਾ ਗੱਜ ਕੋ ਕਛ ਪਰੈ ਹੇਤ, ਸਵਾ ਗੱਜ ਭਾਵ ਸਵਾ ਮੀਟਰ ਦਾ ਉਹ ਜਿਹੜੇ ਸਨ ਕੱਛ ਕਹਿੰਦੇ ਨੇ ਕਛਹਿਰੇ ਨੂੰ। ਸਵਾ ਮੀਟਰ ਦਾ ਚਿੱਟੇ ਰੰਗ ਦਾ ਬਾਬਾ ਅਕਾਲੀ ਜੀ ਜਿਹੜੇ ਸਨ ਉਹ ਕਛਹਿਰਾ ਪਹਿਨਦੇ ਸਨ। ਅੱਜ ਕਛਹਿਰੇ ਦੇ ਰੰਗ ਜਿਹੜੇ ਸਨ ਉਹ ਬਦਲ ਚੁੱਕੇ ਨੇ, ਕੋਈ ਪਤਾ ਨਹੀਂ ਕਿਹੜੇ ਕਿਹੜੇ ਰੰਗਾਂ ਦਾ ਪਾਉਂਦਾ ਹੈ।
इस करके इस गल नूं बिल्कुल ध्यान दे रखना। जिहड़ी मर्यादा है, जिहड़ी संप्रदाय मर्यादा है, तो ਉਹਦੇ ਵਿੱਚ ਬਿਲਕੁਲ ਹਦਾਇਤ ਹੈ ਕਿ ਕਿਸੇ ਨੇ ਵੀ ਕਛਹਿਰਾ ਪਹਿਨਣਾ ਹੈ ਉਹ ਸੇਤ ਰੰਗ ਦਾ ਪਹਿਨਣਾ ਹੈ, ਭਾਵ ਚਿੱਟੇ ਰੰਗ ਦਾ ਪਹਿਨਣਾ ਹੈ। ਤੇ ਉਹਨਾਂ ਸਮਿਆਂ 'ਚ ਕਛਹਿਰਾ ਜਿਹੜਾ ਸੀ ਨਾ ਉਹ ਗੋਡਿਆਂ ਦੇ ਥੱਲੇ ਤੱਕ ਹੁੰਦਾ ਸੀ। ਤੇ ਤੁਸੀਂ ਦੇਖੋ ਇੱਦਾਂ ਵੀ ਆਉਂਦਾ ਹੈ ਕਿ ਜਿਸ ਤਰ੍ਹਾਂ ਗੁਰਦੁਆਰੇ ਦੇ ਉੱਤੇ ਮਸੀਤ ਨਹੀਂ ਨਾ ਪਾਈ ਜਾ ਸਕਦੀ, ਇਸ ਤਰ੍ਹਾਂ ਕਛਹਿਰੇ ਦੇ ਉੱਤੇ ਕੋਈ ਕੱਪੜਾ ਹੋਰ ਨਹੀਂ ਸੀ ਪਾਇਆ ਜਾ ਸਕਦਾ। ਉਹ ਗੋਡਿਆਂ ਤੋਂ ਨੀਵਾਂ ਹੁੰਦਾ ਸੀ ਤੇ ਉੱਤੇ ਕੋਈ ਕੱਪੜਾ ਪਾਉਣ ਦੀ ਜਿਹੜੀ ਸੀ ਉਹ ਮਨਾਹੀ ਸੀ। ਆਹ ਪੈਂਟਾਂ, ਇਹ ਪਜਾਮੇ, ਆਦਤ ਪਜਾਮੀਆਂ ਇਹ ਅੱਜ ਦੇ ਸਮੇਂ ਦੇ ਵਿੱਚ ਚੱਲੀਆਂ, ਬਹੁਤਾ ਦੇਰ ਨਹੀਂ ਹੋਈ ਇਹਨਾਂ ਚੱਲਿਆਂ ਨੂੰ। ਚਲੋ ਅੱਜ ਦਾ ਫੈਸ਼ਨ ਜੇ ਸਿੱਖ ਨੇ ਅਪਣਾ ਲਿਆ ਤੇ ਉਹਦੀ ਜਿਹੜੀ ਹੈ ਮਨਮਰਜ਼ੀ ਹੋ ਸਕਦੀ ਹੈ, ਪਰ ਪੁਰਾਤਨ ਇਤਿਹਾਸ ਤੁਸੀਂ ਸੁਣੋ। ਬਸ ਕਈ ਵਾਰ ਮੇਰੇ ਜਿਹਨ 'ਚ ਖਿਆਲ ਆਉਂਦਾ ਹੈ ਕਿ ਹਰ ਇੱਕ ਸਿੱਖ ਨੂੰ ਜਿੱਥੇ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਸੁਣਨੀ ਚਾਹੀਦੀ ਹੈ ਨਾ, ਉੱਥੇ ਇਸ ਗ੍ਰੰਥ ਦੀ ਕਥਾ ਵੀ ਸੁਣਨੀ ਚਾਹੀਦੀ ਹੈ। ਸਾਨੂੰ ਆਪਣੇ ਵੱਡਿਆਂ ਵਡੇਰਿਆਂ ਦਾ ਪਤਾ ਲੱਗਦਾ ਵੀ ਉਹ ਕਿਹੜੇ ਕਿਹੜੀਆਂ ਮੁਹਿੰਮਾਂ ਦੇ ਵਿੱਚੋਂ ਇੱਥੋਂ ਤੱਕ ਉਹ ਉਪੜੇ ਸਨ। ਉਹਨਾਂ ਨੇ ਇਕੱਲਾ ਕਛਹਿਰਾ ਹੀ ਪਹਿਨਣਾ, ਤੇ ਜੇ ਕਿਤੇ ਸਿਆਲ ਆ ਜਾਣੇ ਤੇ ਸਿਆਲਾਂ ਦੇ ਵਿੱਚ ਉਹ ਕਹਿੰਦੇ ਨੇ ਪਿੰਨੀਆਂ ਨੂੰ ਪਾਉਣ ਵਾਲੇ ਜਿਹੜੇ ਦਸਤਾਨੇ ਆ ਜਾਂਦੇ ਹਨ ਉਹ ਪਾ ਲੈਂਦੇ ਸਨ ਗਰਮ, ਪਰ ਉਹ ਪਜਾਮੀ ਵੀ ਨਹੀਂ ਸੀ ਪਾਉਂਦੇ। ਉਹ ਸਿਰਫ ਕਛਹਿਰੇ ਦੇ ਨਾਲ ਤੇ ਥੱਲੋਂ ਪਿੰਨੀਆਂ ਨੂੰ ਗਰਮ ਰੱਖਣ ਵਾਸਤੇ ਕੋਈ ਗਰਮ ਕੱਪੜਾ ਆਦਿ ਦਸਤਾਨੇ ਰੂਪ ਉਹ ਚਾੜ ਲੈਂਦੇ ਹੁੰਦੇ ਸਨ। ਇੱਥੇ ਕਵੀਰਾਜ ਜੀ ਦੱਸਦੇ ਪਏ ਨੇ ਕਿ ਬਾਬਾ ਅਕਾਲੀ ਜੀ ਗੁਰਬਖਸ਼ ਸਿੰਘ ਜੀ ਨਿਹੰਗ 1.25 ਮੀਟਰ ਕੱਪੜੇ ਦਾ ਜਿਹੜਾ ਸੀ ਨਾ ਉਹ ਵੱਡਾ ਕਛਹਿਰਾ ਚਿੱਟੇ ਰੰਗ ਦਾ ਪਹਿਨਦੇ ਸਨ ਜੀ। ਸੰਜੋਏ ਲੋਕੀ ਪਰਹਸ ਅੰਗ, ਤੇ ਆਪਣੇ ਸਰੀਰ ਦੇ ਉੱਤੇ ਲੋਹੇ ਦੀ ਸੰਜੋ ਦੁਸ਼ਮਣ ਦੇ ਵਾਰ ਨੂੰ ਡੱਕਣ ਵਾਸਤੇ ਵੀ ਪਾਉਂਦੇ ਸਨ। ਇਸ ਤਰ੍ਹਾਂ ਬਾਬਾ ਨਿਹੰਗ ਜੀ ਜਿਹੜੇ ਅਕਾਲੀ ਹਨ ਉਹ ਆਪਣਾ ਫਿਰ ਤਿਆਰ ਬਰ ਤਿਆਰ ਹੋ ਕਰਕੇ ਦੀਵਾਨ ਲਗਾਉਂਦੇ ਸਨ ਜੀ। ਦੋਹਰਾ ਨਿਹੰਗ ਕਹਾਵੈ ਸੋ ਪੁਰਸ਼ ਦੁਖ ਸੁਖ ਮਨੈ ਨ ਅੰਗ। ਹੁਣ ਸੁਣੋ ਨਿਹੰਗ ਦੀ ਪਰਿਭਾਸ਼ਾ ਕੀ ਹੈ। ਜਿੱਥੇ ਆਪਾਂ ਬਾਣੀ ਦੇ ਅੰਦਰ ਇਸ ਪ੍ਰਕਾਰ ਸੁਣਦੇ ਹਨ ਕਿ ਹਰ ਜਨ ਦੀ ਪਰਿਭਾਸ਼ਾ ਕੀ ਹੈ, ਹਰੀ ਦਾ ਜਿਹੜਾ ਹੈ ਉਹਦੀ ਪਰਿਭਾਸ਼ਾ ਕੀ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਤੇ ਜੇ ਸੰਤ ਦੀ ਡੈਫੀਨੇਸ਼ਨ ਸੁਣਨੀ ਹੋਵੇ ਤੇ ਬਾਣੀ ਕਹਿੰਦੇ ਨੇ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸਈ ਨਾਨਕਾ ਪੂਰਨ ਸੋਈ ਸੰਤ। ਹੁਣ ਨਿਹੰਗ ਦੀ ਪਰਿਭਾਸ਼ਾ ਕੀ ਹੈ ਉਹ ਇੱਥੇ ਕਵੀਰਾਜ ਜੀ ਦੱਸ ਰਹੇ ਨੇ। ਆਂਦੇ ਜਿਹੜਾ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝ ਲਵੇ। ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸੁਣਨ ਵਾਲੇ ਤੇ ਪੜ੍ਹਨ ਵਾਲੇ ਬੈਠੇ ਹੋ। ਸਾਹਿਬ ਜੀ ਨੇ ਬੜਾ ਸੁੰਦਰ ਫਰਮਾਨ ਕੀਤਾ ਹੈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਭੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਂਕੇ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹਿ ਨਿਆਰੋ ਨਾਹੇ ਮਾਨ ਅਪਮਾਨਾ ਗੁਰ ਕਿਰਪਾ ਜਿਹ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਹੜਾ ਤੇ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲੇਗਾ ਗੁਰੂ ਨੂੰ ਆਪਣਾ ਰੂਪ ਬਣਾ ਲਵੇਗਾ। ਇੱਦਾਂ ਆਂਦੇ ਹਨ। ਨਿਹੰਗ ਦੀ ਪਰਿਭਾਸ਼ਾ ਸੁਣੋ, ਜਿਹੜਾ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਦੋਨਾਂ ਸਮਿਆਂ ਨੂੰ ਸਮਾਨ ਸਮਝਦਾ ਹੈ, ਕੋਈ ਉਹਦੇ ਵਿੱਚ ਮੇਰ ਤੇਰ ਨਹੀਂ ਹੈ। ਜਿਵ ਦੁਖ ਸੁਖ ਦੇਹੀ ਨਾ ਮੰਨੈ ਉਸ ਕਹੈ ਵਿਦੇਹੀ ਚੰਦ। ਵਿਦੇਹੀ ਚੰਦ ਕਹਿੰਦੇ ਨੇ ਜਿਹੜਾ ਦੇਹ ਤੋਂ ਨਿਰਲੇਪ ਹੋ ਗਿਆ, ਜਿਹੜਾ ਸਰੀਰ ਤੋਂ ਨਿਰਲੇਪ ਹੋ ਗਿਆ, ਜਿਹਨੂੰ ਹੁਣ ਸਰੀਰ ਦੀ ਪਰਵਾਹ ਨਹੀਂ ਹੈ। ਆਂਦੇ ਨਿਹੰਗ ਸਿੰਘ ਦੀ ਪਰਿਭਾਸ਼ਾ ਇਸ ਤਰ੍ਹਾਂ ਵੀ ਸੁਣੋ, ਜਿਹੜਾ ਦੁੱਖ ਸੁੱਖ ਤੋਂ ਵੀ ਪਰੇ ਹੈ ਤੇ ਹੁਣ ਜਿਹੜਾ ਦੁੱਖ ਸੁੱਖ ਤੋਂ ਪਰੇ ਹੈ ਉਹਨੂੰ ਸਰੀਰ ਦੀ ਪਰਵਾਹ ਨਹੀਂ ਹੈ। ਉਹ ਤੱਤੀ ਤਵੀ ਤੇ ਬਹਿ ਰਿਹਾ ਹੈ, ਤੱਤਾ ਰੇਤਾ ਸਿਰ ਤੇ ਪਵਾ ਰਿਹਾ ਹੈ, ਉਹ ਦੇਗਾਂ 'ਚ ਉਬਾਲੇ ਖਾ ਰਿਹਾ ਹੈ, ਬੰਦ ਕਟਾ ਰਿਹਾ ਹੈ, ਚਰਖੜੀਆਂ ਤੇ ਚੜ੍ਹ ਰਿਹਾ ਹੈ, ਆਰਿਆਂ ਦੇ ਨਾਲ ਜਿਹੜਾ ਹੈ ਚਰਾ ਰਿਹਾ ਹੈ, ਆਪਣੇ ਆਪ ਨੂੰ ਜੰਡਾਂ ਨਾਲ ਬੰਨ੍ਹ ਕੇ ਜਿਹੜਾ ਹੈ ਉਹ ਸਾੜਿਆ ਜਾ ਰਿਹਾ ਹੈ। ਜ਼ਾਲਮ ਕਹਿੰਦਾ ਹੈ ਤੂੰ ਈਨ ਮਨ, ਉਹ ਕਹਿੰਦਾ ਹੈ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਵੇ। ਇਸ ਕਰਕੇ ਨਿਹੰਗ ਦੀ ਪਰਿਭਾਸ਼ਾ ਇਹ ਵੀ ਹੈ। ਨਿਹੰਗ ਕਿਹਨੂੰ ਕਹਿੰਦੇ ਨੇ, ਅਕਾਲੀ ਕਿਹਨੂੰ ਕਹਿੰਦੇ ਨੇ। ਗੁਰੂ ਕੀ ਸੰਗਤ ਜੀ ਸੁਣੋ, ਬਾਬਾ ਗੁਰਬਖਸ਼ ਸਿੰਘ ਜੀ ਦੁੱਖ ਤੇ ਸੁੱਖ ਨੂੰ ਇੱਕ ਸਮਾਨ ਸਮਝਦੇ ਨੇ। ਉਹਨਾਂ ਨੂੰ ਆਪਣੇ ਸਰੀਰ ਦੇ ਨਾਲ ਮੋਹ ਨਹੀਂ ਹੈਗਾ। ਉਹ ਕਹਿੰਦੇ ਸਰੀਰ ਜਾਂਦਾ ਜਾਣਦੇ, ਪਰ ਰੱਬ ਦੀ ਹੋਂਦ ਅੰਦਰੋਂ ਜਿਹੜੀ ਹੈ ਵਿਸਰਨੀ ਨਹੀਂ ਚਾਹੀਦੀ। ਸੋ ਇਸ ਕਰਕੇ
ਨਿਹੰਗ ਸਿੰਘ ਬਾਬਾ ਗੁਰਬਖਸ਼ ਸਿੰਘ ਜੀ ਦਾ ਜੀਵਨ ਆਪ ਜੀ ਸਰਵਣ ਕਰ ਰਹੇ ਹੋ ਕਿ ਉਹਨਾਂ ਦਾ ਨਿਤਾ ਪ੍ਰਤੀ ਜਿਹੜਾ ਕਰਮ ਸੀ, ਉਹਨਾਂ ਦੀ ਜਿਹੜੀ ਮਰਿਆਦਾ ਸੀ, ਇਹ ਪਹਿਲਾਂ ਉਹ ਆ ਰਹੀ ਹੈ। ਫਿਰ ਅੱਗੇ ਗਾਥਾ ਚੱਲਣੀ ਹੈ ਕਿਸ ਤਰ੍ਹਾਂ ਉਹਨਾਂ ਸ਼੍ਰੀ ਹਰਿਮੰਦਰ ਸਾਹਿਬ ਜੀ, ਅੰਮ੍ਰਿਤਸਰ ਸਾਹਿਬ ਜੀ ਦੀ ਰੱਖਿਆ ਕੀਤੀ ਸੀ ਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਹਨਾਂ ਦੀ ਮਰਿਆਦਾ ਨਿਤਾ ਪ੍ਰਤੀ ਦੀ ਤੁਸੀਂ ਸਰਵਣ ਕਰ ਰਹੇ ਹੋ। ਉਹਨਾਂ ਦਾ ਜੀਵਨ ਐਸੋ ਜਿਹਾ ਹੈ, ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਪਾਣੀ ਕਰਦੇ ਨੇ, ਦਾਤਨ ਕਰਦੇ ਨੇ, ਦਮਾਲਾ ਸਜਾਉਂਦੇ ਨੇ, ਉੱਤੇ ਸੋਨੇ ਦੇ ਕਹਿ ਲਈਏ ਗਹਿਣੇ, ਵਾਹਿਗੁਰੂ ਲੋਹੇ ਦੇ ਗਹਿਣੇ ਜਿਹੜੇ ਨੇ ਉਹ ਧਾਰਨ ਕਰਦੇ ਨੇ। ਉਪਰੰਤ ਉਹ ਬਾਣੀ ਪੜ੍ਹਦੇ ਨੇ ਤੇ ਆਪਣੇ ਜੀਵਨ ਦੇ ਵਿੱਚ ਦੁੱਖ ਸੁੱਖ ਨੂੰ ਇੱਕ ਸਮਾਨ ਕਰਕੇ ਜਿਹੜੇ ਨੇ ਜਾਣਦੇ ਨੇ। ਸਰੀਰ ਦੇ ਨਾਲ ਉਹਨਾਂ ਨੂੰ ਰੱਤੀ ਭਰ ਵੀ ਮੋਹ ਨਹੀਂ ਹੈ ਜੀ। ਹੱਡੀ ਜਪੀ ਔਰ ਜਪੀ ਤਪੀ ਦਾਤਾ ਪੂਰਾ ਸੂਰ। ਤੇ ਹੁਣ ਨਿਹੰਗ ਸਿੰਘ ਇਦਾਂ ਦਾ ਵੀ ਨਾ ਹੋਵੇ ਕਿ ਉਹ ਬਸ ਪੈਸੇ ਇਕੱਠੇ ਕਰਨ ਤੇ ਲੱਗਾ ਰਹੇ। ਨਿਹੰਗ ਸਿੰਘ ਇਦਾਂ ਦਾ ਵੀ ਨਾ ਹੋਵੇ ਕਿ ਉਹ ਪੈਸਾ ਹੀ ਇਕੱਠਾ ਕਰਨ ਤੇ ਲੱਗਾ ਰਹੇ, ਕਿਉਂਕਿ ਅੱਜ ਦੀ ਪਰਿਭਾਸ਼ਾ ਕੁਝ ਹੋਰ ਚੱਲ ਗਈ ਨਿਹੰਗ ਸਿੰਘਾਂ ਦੀ। ਇੱਥੇ ਸੁਣੋ ਨਿਹੰਗ ਦੀ ਪਰਿਭਾਸ਼ਾ। ਉਹ ਕਹਿਣ ਲੱਗੇ ਉਹ ਹਠੀ ਹੋਵੇ, ਉਹ ਜਤੀ ਹੋਵੇ, ਉਹ ਤਪੀ ਜਿਹੜਾ ਹੈ ਉਹ ਵੀ ਹੋਵੇ ਤੇ ਉਹ ਦਾਤਾ ਵੀ ਹੋਵੇ। ਹੁਣ ਹਠੀ ਜਤੀ ਕੀ ਹੈ? ਜਿਹੜਾ ਪ੍ਰਣ ਕਰ ਲਿਆ ਉਹ ਤੋਂ ਬਚਨ ਤੋਂ ਜਿਹੜਾ ਹੈ ਮੁੜਨਾ ਨਹੀਂ। ਜਿਹੜਾ ਬਚਨ ਕਹਿ ਦਿੱਤਾ ਉਹ ਤੋਂ ਵਾਪਸ ਨਹੀਂ ਮੁੜਨਾ। ਤੇ ਜਤੀ ਤੇ ਤਪੀ ਕੀ ਹੈ? ਉਹ ਬੰਦਗੀ ਦੇ ਵਿੱਚ ਵੀ ਪੂਰਾ ਹੋਵੇ, ਪਰ ਇਸਤਰੀ ਨੂੰ ਜਿਹੜਾ ਸੀ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਇਹ ਵੀ ਜਤ ਸਤ ਜਿਹੜਾ ਸੀ ਉਹ ਮੁਕੰਮਲ ਰੱਖੇ ਤੇ ਨਾਲ ਹੋਵੇ ਉਹ ਦਾਤਾ ਕਿ ਜੋ ਕੁਝ ਆ ਗਿਆ ਹੈ ਪਰਮਾਤਮਾ ਤੂੰ ਦਿੱਤਾ ਹੈ, ਪਰ ਹੁਣ ਤੂੰ ਕਿਰਪਾ ਮੈਂ ਰਹਿਮਤ ਵਰਤਾ। ਕਿਸੇ ਗਰੀਬਰੇ ਦੀ ਕਿਤੇ ਇਹਨਾਂ ਚੀਜ਼ਾਂ ਦੇ ਵਿੱਚੋਂ ਲੋੜ ਪੂਰੀ ਹੁੰਦੀ ਪਈ ਹੈ, ਮੈਂ ਇਹਨਾਂ ਚੀਜ਼ਾਂ ਨੂੰ ਉਹਦੇ ਵਿੱਚ ਵੰਡ ਦੇਵਾਂ। ਭਾਵ ਜੇ ਉਹਦੇ ਕੋਲ ਆਉਂਦਾ ਹੈ ਨਿਹੰਗ ਦੇ ਕੋਲ ਤੇ ਉਹ ਵੰਡਣ ਵਾਲਾ ਵੀ ਹੋਵੇ, ਭਾਵ ਕਿਸੇ ਨੂੰ ਦੇਣ ਵਾਲਾ ਵੀ ਹੋਵੇ ਜੀ। ਆਵੇ ਪਾਸ ਸਰਦਾਰ ਤਿਸ ਵੈ ਰਹਿ ਆਪ ਮਗਰੂਰ। ਇੱਕ ਹੋਰ ਨਿਹੰਗ ਸਿੰਘ ਦੀ ਬੜੀ ਵਿਲੱਖਣਤਾ ਹੈ ਕਿ ਨਿਹੰਗ ਸਿੰਘ ਆਪਣੀ ਮਸਤੀ ਦੇ ਵਿੱਚ ਬੈਠਾ ਰਹਿੰਦਾ ਹੈ। ਇਹ ਜੀਵਨ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਅਕਾਲੀ ਦਾ ਸੁਣ ਰਹੇ ਹੋ ਆਪ, ਨਾਲ ਨਿਹੰਗਾਂ ਦੀ ਪਰਿਭਾਸ਼ਾ ਹੈ। ਉਹਦਾ ਜੀਵਨ ਕਿਹੋ ਜਿਹਾ ਹੈ ਨਿਹੰਗ ਸਿੰਘ ਦਾ ਕਿ ਉਹ ਆਪਣੀ ਮਸਤੀ ਦੇ ਵਿੱਚ ਹੈ। ਉਹਦੇ ਰਾਜ ਦਰਬਾਰ ਦੇ ਵਿੱਚ ਕਹਿ ਲਈਏ ਕੋਈ ਵੱਡੇ ਤੋਂ ਵੱਡਾ ਰਾਜਾ ਵੀ ਆ ਜਾਵੇ, ਉਹ ਅੱਗੋਂ ਉੱਠ ਕਰਕੇ ਸਲਾਮ ਨਹੀਂ ਕਰਦਾ। ਉਹ ਆਪਣੀ ਮਸਤੀ ਦੇ ਵਿੱਚ ਹੈ, ਰੱਬ ਦੀ ਬੰਦਗੀ ਕਰੇਗਾ। ਜਿਹੜਾ ਕਹਿੰਦਾ ਭਾਵੇਂ ਰਾਜਾ ਆਵੇ ਕੋਈ ਆਵੇ ਕੋਈ ਗੱਲ ਨਹੀਂ। ਅਕਾਲੀ ਫੂਲਾ ਸਿੰਘ ਜੀ ਦਾ ਜੀਵਨ ਜਦੋਂ ਤੁਸੀਂ ਪੜ੍ਹੋਗੇ ਨਾ, ਉਹਨਾਂ ਦੇ ਜੀਵਨ ਦੇ ਵਿੱਚ ਜਦੋਂ ਇਹ ਘਟਨਾ ਚੱਲਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਜੀ ਉਹਨਾਂ ਦੇ ਦਰਬਾਰ 'ਤੇ ਜਾਣਾ ਤੇ ਅਕਾਲੀ ਜੀ ਉਹਨਾਂ ਨੇ ਪਰਵਾਹ ਹੀ ਨਾ ਕਰਨੀ। ਉਹ ਕਹਿੰਦੇ ਹੋਵੇਗਾ ਪੰਜਾਬ ਦਾ ਰਾਜਾ ਹੋਵੇਗਾ, ਮੇਰਾ ਰਾਜਾ ਥੋੜ੍ਹਾ ਹੈ। ਮੇਰਾ ਰਾਜਾ ਤੇ ਜਿਹੜਾ ਹੈ ਉਹ ਗੁਰੂ ਰਾਮਦਾਸ ਜੀ ਹੈ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਹੈ। ਇਹ ਆਇਆ ਗੁਰੂ ਰਾਮਦਾਸ ਦੇ ਘਰ, ਇਹ ਆਇਆ ਹਰਗੋਬਿੰਦ ਸਿੰਘ ਜੀ ਦੇ ਘਰ ਦੇ ਵਿੱਚ, ਇੱਥੇ ਆ ਕੇ ਨਮਸਕਾਰ ਕਰੇ, ਮੈਂ ਥੋੜ੍ਹਾ ਇਹਨੂੰ ਉੱਠ ਕੇ ਨਮਸਕਾਰ ਕਰਨੀ ਹੈ। ਇਹੋ ਜਿਹਾ ਸੀ ਅਕਾਲੀਆਂ ਦਾ ਜੀਵਨ। ਪਰ ਅਕਾਲੀਆਂ ਦੀ ਪਰਿਭਾਸ਼ਾ ਇਹੋ ਜਿਹੀ ਬਦਲੀ 1925 ਤੋਂ ਬਾਅਦ। ਜਿਹੜੇ ਅਕਾਲੀ ਪਹਿਲਾਂ ਪੈਦਾ ਕੀਤੇ ਸਨ ਬਾਬੇ ਨੇ, ਉਹ ਅਕਾਲੀ ਨਾ ਰਹਿ ਗਏ। 1925 ਦੇ ਬਾਅਦ ਅਕਾਲੀਆਂ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਇਹਨਾਂ ਲੋਕਾਂ ਨੇ। ਇੱਥੇ ਸਾਹਿਬ ਜੀ ਕਹਿੰਦੇ ਨੇ ਉਹ ਆਪਣੀ ਮਸਤੀ ਦੇ ਵਿੱਚ ਮਗਰੂਰ ਰਹਿੰਦੇ ਸਨ। ਕੋਈ ਵੱਡਾ ਆ ਜਾਵੇ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਸੀ, ਕਿਉਂਕਿ ਉਹ ਰੱਬ ਦੀ ਬੰਦਗੀ ਵਾਲੇ ਸਨ ਜੀ। ਆਂਦੇ ਜਿੱਥੇ ਯੁੱਧ ਵਾਸਤੇ ਉਹਨਾਂ ਨੂੰ ਜਗ੍ਹਾ ਮਿਲ ਜਾਵੇ, ਭਾਵ ਪਤਾ ਲੱਗ ਜਾਏ ਵੀ ਇੱਥੇ ਯੁੱਧ ਹੋਣਾ ਹੈ ਜੀ, ਉਹ ਮਰਨ ਤੋਂ ਕਦੀ ਵੀ ਡਰਦੇ ਨਹੀਂ ਸਨ। ਅੱਗੇ ਹੋ ਕੇ ਜਿਹੜੇ ਸਨ ਜੂਝਦੇ ਸਨ ਜੀ। ਜਹਾਂ ਪੰਥ ਪੈ ਵੱਡ ਪਵੈ ਭਰ, ਜਹਾਂ ਪੰਥ ਪੈ ਵੱਡ ਪਵੈ ਭੀਰ। ਜਿੱਥੇ ਪੰਥ ਦੇ ਉੱਤੇ ਭਾਰੀ ਬਿਪਤਾ ਪੈ ਜਾਂਦੀ ਸੀ, ਦਾਹੈ ਆਪ ਜਾਏ ਦਹਾਂ ਸਰੀਰ। ਤੇ ਸਭ ਤੋਂ ਅੱਗੇ ਮੂਹਰੇ ਹੋ ਕਰਕੇ ਬਾਬਾ ਜੀ ਆਪਣਾ ਸਰੀਰ ਡੋਣ ਤੋਂ ਪਿੱਛੇ ਨਹੀਂ ਹਟਦੇ ਸਨ। ਜਹਾਂ ਯੁੱਧ ਕੀ ਜਗ੍ਹਾ ਹੋਏ, ਜਿੱਥੇ ਪਤਾ ਹੋ ਜਾਵੇ ਕਿ ਇੱਥੇ ਯੁੱਧ ਜਿਹੜਾ ਹੈ ਹੁਣ ਜੰਗ ਦਾ ਮਾਹੌਲ ਬਣ ਗਿਆ ਹੈ, ਬਲ ਨਿਸ਼ਾਨ ਆਪ ਅੱਗੇ ਹੋਏ। ਤੇ ਆਪ ਫਿਰ ਜਿਹੜਾ ਹੈ ਨਿਸ਼ਾਨ ਜੀ ਬਣ ਕੇ ਸਭ ਤੋਂ ਪਹਿਲਾਂ ਆਪ ਜਿਹੜੇ
ਜਿਹੜੇ ਨੇ ਨਾ ਅੱਗੇ ਹੁੰਦੇ ਹਨ ਸਾਥ ਨਗਾਰਾ ਘੁਰਦਾ ਜਾਵੇ ਤੇ ਨਾਲ ਨਗਾਰਾ ਰੱਖਦੇ ਹਨ। ਤੇ ਨਗਾਰਾ ਜਿੱਥੋਂ ਜਿੱਥੋਂ ਫਿਰ ਫੌਜਾਂ ਨਿਕਲਦੀਆਂ ਹਨ ਜੰਗੇ ਮੈਦਾਨ ਦੇ ਵਿੱਚ, ਜੰਗੇ ਮੈਦਾਨ 'ਚ ਵੀ ਨਗਾਰਾ ਨਹੀਂ ਸੀ ਬੰਦ ਹੁੰਦਾ। ਆਂਦੇ ਖਾਸ ਨਗਾਰਚੀ ਜਿਹੜਾ ਸੀ ਰੱਖਿਆ ਹੁੰਦਾ ਸੀ ਨਾਲ ਬਾਬਾ ਜੀ ਨੇ, ਤੇ ਉਹ ਨਗਾਰਾ ਯੁੱਧ ਦੇ ਮੈਦਾਨ ਦੇ ਵਿੱਚ ਵੱਜਦਾ ਰਹਿਣਾ। ਜੈ ਲੜਾਈ ਮੋਹਰੇ ਪਾਵੇ ਤੇ ਆਪ ਮੋਹਰੇ ਹੋ ਕਰਕੇ ਦੋ ਹੱਥ ਜਾਲਮਾਨ ਕਰਦੇ ਸਨ ਜੀ। ਭਾਈ ਜੋ ਸ਼ਹੀਦ ਮਨੀ ਸਿੰਘ ਭਾਈ ਸੋ ਗੁਰ ਕੀ ਸੰਗਤ ਜੀ, ਜਿਸ ਤਰ੍ਹਾਂ ਭਾਈ ਮਣੀ ਸਿੰਘ ਜੀ ਜਿਸ ਸਮੇਂ ਸ਼ਹੀਦ ਹੋਏ ਸਨ, ਉਹਨਾਂ ਹੱਥ ਦੀ ਪਾਹੁਲ ਪਿਲਾਈ ਤੇ ਇਹ ਭਾਈ ਮਣੀ ਸਿੰਘ ਜੀ ਜਿਹੜੇ ਸ਼ਹੀਦ ਹੋਏ ਸਨ, ਇਹਨਾਂ ਦੇ ਕੋਲੋਂ ਬਾਬਾ ਗੁਰਬਖਸ਼ ਸਿੰਘ ਜੀ ਹੁਣਾਂ ਨੇ ਖੰਡੇ ਦੀ ਪੋਹਲ ਲਈ ਸੀ, ਭਾਵ ਅੰਮ੍ਰਿਤਪਾਨ ਭਾਈ ਮਣੀ ਸਿੰਘ ਜੀ ਹੁਣਾਂ ਕੋ 50 ਪਿਆਰਿਆਂ ਦੇ ਵਿੱਚ ਉਦੋਂ ਭਾਈ ਮਣੀ ਸਿੰਘ ਜੀ ਵੀ ਸਨ। ਜਦੋਂ ਬਾਬਾ ਜੀ ਹੁਣਾਂ ਨੇ ਅੰਮ੍ਰਿਤਪਾਨ ਕੀਤਾ, ਖੇਮ ਕਰਨ ਟਹਿ ਲੀਲ ਸੁਨਾਮ ਖੇਮ ਕਰਨ ਦੇ ਅੰਦਰ ਇੱਕ ਢਿੱਗ ਵੱਜਦੀ ਹੈ, ਭਾਵ ਪਿੰਡ ਹੈ ਲੀਲ, ਇਹ ਉੱਥੋਂ ਦੇ ਰਹਿਣ ਵਾਲੇ ਸਨ ਜੀ। ਦੋ ਮਾਝਿਆ ਮੈਂ ਦਸਕੋ ਗ੍ਰਾਮ ਹੁਣ ਖੇਮ ਕਰਨ ਦਾ ਇਲਾਕਾ ਜਿਹੜਾ ਹੈ ਉਹ ਪੱਟੀ, ਖੇਮ ਕਰਨ, ਤਰਨ ਤਾਰਨ ਆਦਿਕ ਨਾਲ ਅੰਮ੍ਰਿਤਸਰ ਜੁੜ ਜਾਂਦਾ ਹੈ। ਇਹ ਸਾਰਾ ਬਾਰਡਰ ਏਰੀਆ ਹੈ ਤੇ ਇਹ ਮਾਝੇ ਦੀ ਭੂਮੀ ਹੈ। ਆਂਦੇ ਮਾਝੇ ਦੇ ਵਿੱਚ ਜਿਹੜਾ ਖੇਮ ਕਰਨ ਹੈ ਉਹਦੇ ਵਿੱਚ ਇੱਕ ਲੀਲ ਪਿੰਡ ਹੈ। ਲੀਲ ਪਿੰਡ ਦੇ ਇਹ ਵਾਸੀ ਸਨ। ਦੋਹਰਾ ਪਹਿਲੋ ਡੇਰਾ ਉਸ ਦੁਰ ਤੋ ਪਾਚਾ ਔਰ ਤੁਰਾਹੇ ਗੁਰ ਕੀ ਸੰਗਤ ਜੀ, ਬਾਬਾ ਜੀ ਨਿਹੰਗ ਸਿੰਘ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ, ਜਿਨ੍ਹਾਂ ਦਾ ਖਾਲਸੇ ਪੰਥ ਦੇ ਵਿੱਚ ਬੜਾ ਵੱਡਾ ਸਨਮਾਨ ਸੀ। ਇੰਨਾ ਕੁ ਸਨਮਾਨ ਸੀ, ਇੰਨਾ ਕੁ ਆਦਰ ਸੀ ਕਿ ਜੇ ਕੋਈ ਵਹੀਰ ਜਿਹੜੀ ਸੀ ਤੁਰਦੀ ਸੀ ਤੇ ਸਭ ਤੋਂ ਅੱਗੇ ਜਿਹੜਾ ਸੀ ਨਾ ਬਾਬਾ ਜੀ ਨੂੰ ਲਾਇਆ ਜਾਂਦਾ ਸੀ। ਇਹਨਾਂ ਦੀ ਅਗਵਾਈ ਦੇ ਵਿੱਚ ਬਾਕੀ ਸਾਰੀਆਂ ਫੌਜਾਂ ਤੁਰਦੀਆਂ ਸਨ। ਜਹਾਂ ਸੋ ਝੰਡਾ ਗੜ ਖੜੈ ਖਾਲਸੋ ਉਹਾਂ ਖੜਾ ਹੈ ਜਹਾਂ ਸੋ ਝੰਡਾ ਖੜ ਅੜ, ਜਿੱਥੇ ਝੰਡਾ ਗੜ ਦਿੱਤਾ, ਜਿੱਥੇ ਨਿਸ਼ਾਨ ਗੜ ਦਿੱਤਾ, ਕਹਿਣ ਤੋਂ ਭਾਵ ਸੀ ਜਿਹੜਾ ਬਚਨ ਬਾਬਾ ਜੀ ਨੇ ਕਹਿ ਦਿੱਤਾ, ਖਾਲਸਾ ਉਹਨਾਂ ਨੂੰ ਸਿਰ ਮੱਥੇ ਮੰਨ ਲੈਂਦਾ ਸੀ ਕਿ ਬਾਬਾ ਜੀ ਜੋ ਤੁਸੀਂ ਕਹਿਤਾ ਉਹ ਸਾਨੂੰ ਕਬੂਲ ਹੈ ਜੀ। ਜੋ ਭਈ ਅੰਮ੍ਰਿਤ ਸਰਸਨ ਮੁਖ ਦਰਬਾਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਦਰਬਾਰ ਸਾਹਿਬ ਜੀ ਦੇ ਸਾਹਮਣੇ ਅਕਾਲ ਗੁੰਗੇ ਬਹਿ ਤਖਤ ਮਝਾਰ ਅਕਾਲ ਗੰਗਾ, ਜਿਹਨੂੰ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਕਹਿੰਦੇ ਹਾਂ, ਉੱਥੇ ਬਾਬਾ ਜੀ ਆਪਣਾ ਤਖਤ ਲਾਉਂਦੇ ਹਨ। ਭਾਵ ਕਿ ਇਹ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਰਹੇ ਕਿਸੇ ਸਮਿਆਂ ਦੇ ਅੰਦਰ। ਉਸ ਸਮੇਂ ਆਂਦੇ ਉੱਥੇ ਦਰਬਾਰ ਸਾਹਿਬ ਜੀ ਦੇ ਸਾਹਮਣੇ ਅਕਾਲ ਗੰਗੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਉੱਤੇ ਇਹ ਆਪਣਾ ਦੀਵਾਨ ਜਿਹੜਾ ਹੈ ਲਾਉਂਦੇ ਹਨ ਜੀ। ਸਿਰੋਂ ਪਰ ਉਸ ਡੇਰਾ ਰਹਿ ਤੇ ਕਦੇ ਵੀ ਉਹਨਾਂ ਨੇ ਸਿਰੋਂ ਪਰ ਉਸ ਡੇਰਾ ਰਹੇ, ਆਪਣੇ ਸਿਰ ਦੀ ਪਰਵਾਹ ਨਹੀਂ ਸੀ ਕੀਤੀ। ਡੇਰਾ ਰਹੇ ਭਾਵ ਗੁਰੂ ਦਾ ਅਸਥਾਨ ਬਚ ਜਾਵੇ, ਸਿਰ ਜਿਹੜਾ ਹੈ ਉਹ ਜਾਂਦਾ ਹੈ ਤੇ ਜਾਵੇ। ਇਸ ਕਰਕੇ ਉਹਨਾਂ ਨੇ ਆਪਣੇ ਸਿਰ ਦੀ ਭਾਵ ਮੌਤ ਦੀ ਕਦੀ ਪਰਵਾਹ ਨਹੀਂ ਕੀਤੀ, ਇਹਨੇ ਨਿਡਰ ਸਨ ਜੀ। ਅਕਾਲ ਵਹਿ ਮੁਖ ਦੇਖ ਹੈ ਤੇ ਚੱਤੇ ਪੈਰ ਜਿੱਥੇ ਉਹਨਾਂ ਨੇ ਅੰਮ੍ਰਿਤ ਵੇਲੇ ਉੱਠਣਾ, ਪਹਿਰ ਰਾਤ ਰਹਿੰਦੇ ਹਨ, ਇਸ਼ਨਾਨ ਪਾਣੀ ਕਰਨਾ, ਆਪਣੀ ਤਿਆਰੀ ਕਰਨੀ, ਜੋ ਨਿਤਨੇਮ ਦਾ ਉਹਨਾਂ ਦਾ ਕਰਮ ਸੀ। ਤੇ ਅਕਾਲ ਜਿਹੜਾ ਸੀ ਨਾ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦਾ ਰਹਿੰਦਾ ਸੀ। ਧਿਆਨ ਦੇਣਾ, ਇਸ ਅਕਾਲ ਤੋਂ ਹੀ ਜਦੋਂ ਲੱਲੇ ਨੂੰ ਬਿਹਾਰੀ ਪਈ ਉਹ ਅਕਾਲੀ ਬਣ ਗਿਆ। ਤੇ ਅਸਲ ਦੇ ਵਿੱਚ ਜਿੱਦਾਂ ਅਕਾਲੀ ਨੈਣਾ ਸਿੰਘ ਜੀ, ਅਕਾਲੀ ਨਿਹੰਗ ਨੈਣਾ ਸਿੰਘ ਜੀ, ਅਕਾਲੀ ਨਿਹੰਗ ਬਾਬਾ ਫੂਲਾ ਸਿੰਘ ਜੀ, ਨਿਹੰਗਾਂ ਦੇ ਨਾਲ ਅਕਾਲੀ ਲਕਬ ਜਿਹੜਾ ਸੀ ਨਾ ਉਹ ਲੱਗਦਾ ਹੀ ਲੱਗਦਾ ਹੁੰਦਾ ਸੀ। ਚਲੋ ਅੱਜ ਨਹੀਂ ਲੱਗਦਾ, ਵੱਖਰੀ ਗੱਲ ਹੈ, ਪਰ ਅਕਾਲ ਇਹਨਾਂ ਨੇ ਜਿਹੜਾ ਭਾਵ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜੋ ਮੌਤ ਤੋਂ ਪਰੇ ਹੈ, ਜੋ ਮੌਤ ਤੋਂ ਰਹਿਤ ਹੈ ਪਰਮਾਤਮਾ, ਉਹਨੂੰ ਹੀ ਹਮੇਸ਼ਾ ਜਿਹੜੇ ਸੀ ਨਾ ਇਹ ਆਪਣੇ ਮੁਖ ਤੋਂ ਜਿਹੜੇ ਸੀ ਉਚਾਰਦੇ ਰਹਿੰਦੇ ਸਨ। ਤੇ ਨਾਲ ਹੀ ਕਈ ਵਾਰ ਇਸਦਾਂ ਦੇ ਬਚਨ ਵੀ ਕਰਦੇ ਨੇ, ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੋਜ। ਇਸ ਕਰਕੇ ਚੱਟੇ ਪੈਰ ਉਹਨਾਂ ਦੇ ਰਸਨਾਂ ਦੇ ਉੱਤੇ ਅਕਾਲ ਹੀ ਰਹਿੰਦਾ ਸੀ। ਤੇ ਆਮ ਜਿੱਦਾਂ ਆਪਾਂ ਕਿਸੇ ਬੰਦੇ ਨੂੰ ਇੱਥੇ ਬੁਲਾਉਣਾ ਹੋਏ ਨਾ ਆਮ ਭਾਸ਼ਾ ਦੇ ਵਿੱਚ, ਪੰਜਾਬ ਕਹਿੰਦੇ ਹੈਲੋ ਓਏ ਇੱਧਰ ਆ, ਤੇ ਉਹਨਾਂ ਦਾ ਲਕਬ ਹੀ ਇੰਨਾ ਕਿ ਜ਼ੁਬਾਨ ਦੇ ਉੱਤੇ ਚੜ੍ਹ ਗਿਆ ਹੋਇਆ ਸੀ ਕਿ ਜੇ ਕਿਸੇ ਨੂੰ ਆਵਾਜ਼ਾਂ ਵੀ ਮਾਰਨਾ ਤੇ ਉਹਨੇ ਕਹਿਣਾ ਅਕਾਲੀ ਜੀ ਇੱਧਰ ਆਓ, ਅਕਾਲੀ ਜੀ, ਤੇ ਸੁਣਨ ਵਾਲੇ ਨੂੰ ਪਤਾ ਲੱਗ ਜਾਣਾ
ਕਿ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ ਉਹ ਆਵਾਜ਼ ਮਾਰਦੇ ਪਏ ਨੇ, ਮੈਨੂੰ ਜਿਹੜਾ ਬੁਲਾਉਂਦੇ ਪਏ ਨੇ। ਉਹਨਾਂ ਤੋਂ ਇਲਾਵਾ ਇਹ ਲਕਬ ਕਿਸੇ ਦੀ ਜ਼ਬਾਨ ਤੇ ਨਹੀਂ ਸੀ, ਇਸ ਕਰਕੇ ਉਹ ਉਹਨਾਂ ਦਾ ਇੱਕ ਕਹਿ ਲਈਏ ਬੜਾ ਪ੍ਰਸਿੱਧ ਬਚਨ ਜਿਹੜਾ ਜ਼ਬਾਨ ਤੇ ਰਹਿੰਦਾ ਸੀ, ਅਕਾਲੀ। ਇਹ ਅਕਾਲੀ ਅਕਾਲੀ ਕਹਿਣ ਦੇ ਨਾਲ ਵੀ ਉਹਨਾਂ ਦੇ ਨਾਲ ਅਕਾਲ ਦਾ ਹੀ ਨਾਮ ਅਕਾਲੀ ਜੁੜ ਗਿਆ। ਇਸ ਤਰ੍ਹਾਂ ਬਾਬਾ ਆਪਾਂ ਨੈਣਾ ਸਿੰਘ ਜੀ ਦੇਖ ਲਈਏ, ਬਾਬਾ ਫੂਲਾ ਸਿੰਘ ਜੀ ਅਕਾਲੀ ਜਥੇਦਾਰ, ਉਹਨਾਂ ਦੇ ਨਾਲ ਵੀ ਜਿਹੜਾ ਸੀ ਇਹ ਅਕਾਲੀ ਲਕਬ ਜਿਹੜਾ ਸੀ ਜੁੜ ਚੁੱਕਾ ਸੀ। ਇੱਥੇ ਕਵਿਰਾਜ ਜੀ ਕਹਿੰਦੇ ਪਏ ਨੇ ਕਿ ਗੁਰੂ ਕੀ ਸੰਗਤ ਜੀ ਉਹ ਅਕਾਲ ਅਕਾਲ ਜਿਹੜੇ ਸਨ ਮੁਖੋਂ ਉਚਾਰਦੇ ਸਨ। ਸੁਨੋ ਉਸੈਜੋ ਪੋਰਖ ਕਮਾਇਓ। ਸੋ ਇਹੋ ਜਿਹੇ ਮਹਾਂਪੁਰਖ ਦੀ ਉਹ ਗਾਥਾ ਸੁਣੋ ਜੋ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਜਿਹੜਾ ਸੀ ਨਾ ਬੜਾ ਵੱਡਾ ਜਿਹੜਾ ਹੈ ਮਾਲਕ ਦੇ ਘਰ ਦੇ ਵਿੱਚੋਂ ਬਖਸ਼ਿਸ਼ ਪ੍ਰਾਪਤ ਕੀਤੀ। ਬੜੀ ਵੱਡਾ ਜਿਹੜਾ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਇੱਕ ਜਿਹੜਾ ਕਹਿ ਲਈ ਕਿ ਬੜਾ ਵੱਡਾ ਕੰਮ ਹੈ ਉਹ ਕਰਨਾ ਕੀਤਾ ਹੈ ਜੀ। ਸੀਸ ਲਾਏ ਜਿਮ ਗਿਲ ਜੋਗ ਲਾਇਓ। ਜਿਸ ਤਰ੍ਹਾਂ ਉਹਨਾਂ ਨੇ ਆਪਣਾ ਸੀਸ ਲਾ ਕਰਕੇ ਭਾਵ ਆਪਣਾ ਸੀਸ ਭੇਟਾ ਕਰਕੇ ਆਉਂਦੇ ਹੋਏ ਅਬਦਾਲੀ ਨੂੰ ਜਿਹੜਾ ਸੀ ਨਾ ਉਹ ਲੋਹੇ ਦੇ ਚਣੇ ਜਿਹੜੇ ਸਨ ਚਬਾਏ ਸਨ ਜੀ। ਗਿਲ ਜੋ ਆਇਓ ਜਿਮ ਉਤਤਾਰ। ਆਂਦੇ ਜਿਸ ਸਮੇਂ ਅਬਦਾਲੀ ਦੀਆਂ ਫੌਜਾਂ ਜਿਹੜੀਆਂ ਨੇ ਨਾ ਉਹ ਆਉਣੀਆਂ ਕੀਤੀਆਂ ਹਨ ਜੀ। ਇਸ ਕੋ ਪਿਵਰੋ ਲਿਖੋ ਉਚਾਰ। ਸੋ ਕਵਿਰਾਜ ਜੀ ਕਹਿੰਦੇ ਪਏ ਨੇ ਮੈਂ ਹੁਣ ਉਸ ਸਮੇਂ ਦੀ ਉਹ ਕਥਾ ਲਿਖਣ ਜਾ ਰਿਹਾ ਹਾਂ ਜਿਸ ਸਮੇਂ ਅਬਦਾਲੀ ਜਿਹੜਾ ਹੈ ਉਹ ਦੁਬਾਰਾ ਜਿਹੜਾ ਹੈ ਪੰਜਾਬ ਦੇ ਉੱਤੇ ਹਮਲਾ ਕੀਤਾ। ਅਬਦਾਲੀ ਨੇ ਹਮਲੇ ਤੇ ਬੜੀ ਵਾਰ ਕੀਤੇ ਪੰਜਾਬ ਦੇ ਉੱਤੇ, ਤੁਸੀਂ ਪਹਿਲਾਂ ਵੀ ਸਰਵਣ ਕਰਦੇ ਆ ਰਹੇ ਹੋ ਕਥਾ ਦੇ ਵਿੱਚ। ਪਰ ਇਹ ਜਿਹੜਾ ਹਮਲਾ ਸੀ ਨਾ ਇਸ ਹਮਲੇ ਦੇ ਵਿੱਚ ਅਬਦਾਲੀ ਬਾਅਦ ਚੋਂ ਜਿਹੜਾ ਸੀ ਨਾ ਪੰਜਾਬ ਦੀ ਧਰਤੀ ਦੇ ਉੱਤੇ ਵਾਪਸ ਨਾ ਮੁੜ ਸਕਿਆ, ਕਿਉਂਕਿ ਬਾਬਾ ਜੀ ਨੇ ਸ਼ਹੀਦੀ ਤੋਂ ਬਾਅਦ ਅਬਦਾਲੀ ਬਾਅਦ ਚੋਂ ਵਾਪਸ ਨਹੀਂ ਆਇਆ ਇਸ ਧਰਤੀ ਦੇ ਉੱਤੇ। ਇਹੋ ਜਿਹਾ ਮਹਾਨ ਯੁੱਧ ਜਿਹੜਾ ਹੈ ਹੁਣ ਜਾ ਰਿਹਾ ਹੈ ਜੀ। ਸੂਰਜ ਮਲ ਭਰਤਪੁਰੀਏ ਸਰਦਾਰ। ਦਿੱਲੀ ਦੇ ਲਾਗੇ ਇੱਕ ਭਰਤਪੁਰ ਨਗਰ ਹੈ, ਉੱਥੋਂ ਦਾ ਇੱਕ ਸੂਰਜਮਲ ਜਿਹੜਾ ਸਰਦਾਰ ਸੀ ਜੀ। ਲਿਓ ਆਗਰੋ ਜਿਨਥੋਂ ਮਾਰ। ਇਹਨੇ ਸੂਰਜਮਲ ਨੇ ਆਗਰੇ ਦਾ ਜਿਹੜਾ ਕਿਲਾ ਸੀ ਨਾ ਉਹ ਆਪਣੇ ਅਧੀਨ ਕਰ ਲਿਆ, ਭਾਵ ਆਗਰੇ ਦੇ ਉੱਤੇ ਜਿੱਤ ਕਰ ਲਈ। ਜੋਰਾ ਭੌਰਾ ਗਿਣ ਲਿਓ ਲੂਟ। ਜੋਰਾ ਭੋਰਾ ਆਦਿ ਜਿਹੜੇ ਨਗਰ ਸਨ ਉਹਨੇ ਆਪਣੀ ਅਧੀਨਗੀ ਦੇ ਵਿੱਚ ਲੈ ਆਂਦੇ। ਜਾਣਿਓ ਤਲਾਕ ਉਹ ਪਿੱਛੋਂ ਲਿਓ ਫੂਟ। ਤੇ ਉੱਥੋਂ ਦਾ ਜਿੰਨਾ ਖਜ਼ਾਨਾ ਸੀ ਉਹਨੂੰ ਅਲੱਗ ਕਰ ਦਿੱਤਾ। ਤਲਾਕ ਦੇ ਅਰਥ ਆਉਂਦੇ ਨੇ ਅਲੱਗ ਕਰਨਾ, ਅੱਡ ਕਰ ਦੇਣਾ। ਆਪਾਂ ਦੇਖਦੇ ਨਾ ਜਦੋਂ ਕਿਸੇ ਪਤੀ ਪਤਨੀ ਦਾ ਸਬੰਧ ਜਿਹੜਾ ਹੈ ਕੁਝ ਸਮੇਂ ਬਾਅਦ ਅਣਬਣ ਹੋ ਜਾਵੇ ਤੇ ਆਪਾਂ ਜਾਂਦੇ ਹਾਂ ਵਕੀਲਾਂ ਦੇ ਪਾਸ, ਕਚਹਿਰੀਆਂ 'ਚ ਵੀ ਸਾਡਾ ਤਲਾਕ ਕਰ ਦਿਓ। ਹੁਣ ਤਲਾਕ ਦਾ ਮਤਲਬ ਸੀ ਕਿ ਦੋਵੇਂ ਪਤੀ ਪਤਨੀ ਜਿਹੜੇ ਅਲੱਗ ਕਰ ਦਿਓ, ਤੇ ਉਹਦੇ ਅਰਥ ਆਉਣਗੇ ਤਲਾਕ ਦੇ ਇੱਥੇ ਅੱਡ ਕਰਨਾ। ਉਹ ਕਹਿੰਦੇ ਪਹਿਲਾਂ ਉਹਨਾਂ ਨੇ ਖਜ਼ਾਨਾ ਅੱਡ ਕਰ ਲਿਆ ਤੇ ਬਾਅਦ ਚੋਂ ਅੱਡ ਕਰਕੇ ਉਸ ਖਜ਼ਾਨੇ ਨੂੰ ਲੁੱਟ ਲਿਆ। ਸੋਗਟ ਉਸ ਸਿਪਾਹੀ ਤੁਰਾਇਓ। ਤੇ ਪਹਿਲਾਂ ਉਹਨਾਂ ਨੇ ਖਜ਼ਾਨਾ ਜਿਹੜਾ ਅੱਡ ਕੀਤਾ ਫਿਰ ਲੁੱਟਿਆ, ਤੇ ਇੰਨਾ ਕਿ ਖਜ਼ਾਨਾ ਸੀ ਗੁਰੂ ਕੀ ਸੰਗਤ ਜੀ 100 ਗੱਡੇ ਜਿਹੜੇ ਉਸ ਸਮੇਂ ਉਸ ਆਗਰੇ ਦੇ ਵਿੱਚੋਂ ਭਰ ਗਏ। ਸੂਰਜਮਲ ਨੇ ਜਿਹੜਾ ਇੰਨਾ ਖਜ਼ਾਨਾ ਲੁੱਟਿਆ ਸੀ, ਤੋ ਵੀ ਉਸਕਾ ਅੰਤ ਨਾ ਪਾਇਓ। ਫਿਰ ਵੀ ਖਜ਼ਾਨਾ ਨਿਕਲਦਾ ਜਾ ਰਿਹਾ ਸੀ, ਅੰਤ ਨਹੀਂ ਸੀ ਕਿ ਉਥੋਂ ਕਿੰਨਾ ਕੇ ਮਾਲ ਅਸ਼ਵਾਬ ਨਿਕਲਿਆ ਸੀ। ਨਜੀਬੇ ਰੁਹੇਲੇ ਸਿਓਵੇ ਲੜਿਓ। ਤੇ ਦੂਜੇ ਪਾਸੇ ਨਜੀਬ ਖਾਨ ਰੁਹੇਲਾ ਜਿਹੜਾ ਸੀ ਉਹਨੇ ਜਿਹੜਾ ਸੀ ਸੂਰਜਮਲ ਦੇ ਨਾਲ 2 ਹੱਥ ਕੀਤੇ। ਕਿਸੀ ਤੌਰ ਸੂਰਜਮਲ ਮਰਿਓ। ਤੇ ਜਦੋਂ ਆਪਣੇ ਵਾਹਿਗੁਰੂ ਜੀ ਨਜੀਬ ਖਾਨ ਰੁਹੇਲਾ ਤੇ ਸੂਰਜਮਲ ਦਾ ਆਪਸੀ ਟਕਰਾਅ ਹੋਇਆ ਤੇ ਵਾਹਿਗੁਰੂ ਦੀ ਬਿਧ ਇਹੋ ਜਿਹੀ ਬਣੀ ਕਿ ਉੱਥੇ ਸੂਰਜਮਲ ਜਿਹੜਾ ਸੀ ਨਾ ਉਹ ਮਾਰਿਆ ਗਿਆ ਜੀ। ਦੋਹਰਾ ਤਿਸਾ ਪੁੱਤਰ ਲੀਨ ਬੈਰ ਪਿਤ ਫੌਜ ਆਪ ਰਖ ਲੀਨ। ਤੇ ਅੱਗੇ ਸੂਰਜਮਲ ਦਾ ਪੁੱਤਰ ਸੀ ਜਵਾਹਰਮਲ, ਉਹਨੇ ਆਪਣੇ ਪਿਓ ਦਾ ਬਦਲਾ ਲੈਣ ਵਾਸਤੇ ਨਾ ਇਸ ਗੱਲ ਤੋਂ ਕਿ ਨਜੀਬ ਖਾਨ ਰੁਹੇਲੇ ਨੇ ਮੇਰਾ ਪਿਓ ਮਾਰ ਦਿੱਤਾ, ਹੁਣ ਉਹ ਪੁੱਤਰ ਕਹਿੰਦਾ ਜਵਾਹਰਮਲ ਕਿ ਮੈਂ ਬਦਲਾ ਲੈਣਾ। ਇਸ ਕਰਕੇ ਉਹਨੇ ਫੌਜ ਜਿਹੜੀ ਹੈ ਇਕੱਠੀ ਕਰਨੀ ਕੀਤੀ ਹੈ। ਮਰਹਟੈ ਫਰੰਗੀ ਰਾਜਪੂਤ ਨਿਤ ਦੀਏ ਟਕਾ ਲਖ ਤੀਨ। ਉਹਨੇ ਮਰਹਟਿਆਂ ਦੀ ਫੌਜ, ਫਰੰਗੀਆਂ ਭਾਵ ਅੰਗਰੇਜ਼ਾਂ ਦੀ ਫੌਜ, ਰਾਜਪੂਤਨ ਜਿਹੜੇ ਪਹਾੜੀਏ ਸਨ ਉਹਨਾਂ ਦੀ ਫੌਜ ਇਕੱਠੀ ਕੀਤੀ। ਇਹਨਾਂ ਤਿੰਨਾਂ ਫੌਜਾਂ ਨੂੰ ਰਲਾ ਕਰਕੇ ਉਹਨੇ ਜਿਹੜਾ 1 ਲੱਖ ਰੁਪਈਆ
ਜਿਹੜਾ ਸੀ ਤਿੰਨਾਂ ਨੂੰ ਦੇਣਾ ਮੰਨ ਲਿਆ ਕਿ ਤੁਸੀਂ ਮੇਰੇ ਵੱਲ ਆਓ, ਮੇਰਾ ਸਾਥ ਦਿਓ, ਮੈਂ ਤੁਹਾਨੂੰ 3 ਲੱਖ ਰੁਪਈਆ ਜਿਹੜਾ ਹੈ ਉਹ ਦੇਵਾਂਗਾ ਜੀ। ਜੋ ਪਈ ਜੱਟ ਜਵਾਹਰ ਦਿੱਲੀ ਘੇਰੀ। ਤੇ ਉਸ ਸਮੇਂ ਫਿਰ ਜਵਾਹਰ ਮਲ ਜੱਟ ਨੇ ਦਿੱਲੀ ਨੂੰ ਜਿਹੜਾ ਸੀ ਘੇਰ ਲਿਆ। ਨਜੀਬੀ ਰੁਹੇਲੇ ਤੋਂ ਅੰਦਰ ਘੇਰੀ। ਤੇ ਨਜੀਬ ਖਾਨ ਰੁਹੇਲਾ ਡਰ ਕਰਕੇ ਫਿਰ ਆਪਣੇ ਤਖਤ ਦੇ ਅੰਦਰ ਹੀ ਲੁਕਿਆ ਰਹਿ ਗਿਆ। ਬਹੁਤ ਤੰਗੀ ਜਬ ਉਸਕੋ ਭਈ। ਜਿਸ ਸਮੇਂ ਨਜੀਬ ਖਾਨ ਰੁਹੇਲਾ ਨਜ਼ਰਬੰਦ ਕਰ ਦਿੱਤਾ ਗਿਆ ਗੁਰੂ ਕੀ ਸੰਗਤ ਜੀ ਦਿੱਲੀ ਦੇ ਕਿਲੇ ਦੇ ਵਿੱਚ, ਤੇ ਹੁਣ ਕਿੰਨਾ ਕੁ ਚਿਰ ਨਜ਼ਰਬੰਦ ਰਹਿ ਸਕਦਾ ਸੀ। ਅੰਦਰ ਆਉਣਾ ਜਾਣਾ, ਰਾਸ਼ਨ ਪਾਣੀ ਜਿਹੜਾ ਸੀ ਉਹ ਬੜੀ ਦਿੱਕਤ ਆ ਗਈ। ਤੁਸੀਂ ਦੇਖੋ ਅਨੰਦਪੁਰ ਸਾਹਿਬ ਜੀ ਦਾ ਕਿਲਾ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਸਿੰਘ ਸਨ, ਇੱਕ ਸੰਕੇਤ ਮਾਤਰ, ਤੇ ਉਹ ਸਿੰਘ ਕਿੰਨੇ ਕੇ ਚਿਰ ਜਿਹੜੇ ਸੀ ਭੁੱਖੇ ਪਾਣੀ ਅੰਦਰ ਰਹਿ ਸਕਦੇ ਸੀ। ਉਹੀ ਹਾਲ ਇੱਥੇ ਇਸ ਨਜੀਬ ਖਾਨ ਰੁਹੇਲੇ ਦਾ ਹੋਇਆ। ਅੰਦਰ ਤਾਂ ਇਹਨੇ ਸ਼ਰਮ ਲੈ ਲਈ, ਆਪੀ ਹੋ ਕੇ ਬਹਿ ਗਿਆ, ਪਰ ਅੰਦਰ ਹੁਣ ਰਾਸ਼ਨ ਪਾਣੀ ਨਹੀਂ ਸੀ ਜਾਂਦਾ, ਇਸ ਕਰਕੇ ਬੜੀ ਤੰਗੀ ਆ ਗਈ। ਉਸकी ਫਰਿਆਦ ਫਿਰ ਕਾਬਲ ਗਈ। ਤੇ ਫਿਰ ਉਹਨੇ ਅਬਦਾਲੀ ਨੂੰ ਇੱਕ ਚਿੱਠੀ ਲਿਖੀ, ਆਪਣਾ ਜਿਹੜਾ ਹੈ ਅਹਿਲਕਾਰ ਭੇਜਿਆ, ਭਾਵ ਕਿ ਅਬਦਾਲੀ ਤੱਕ ਜਿਹੜੀ ਉਹਨੇ ਆਪਣੀ ਪੁਕਾਰ ਕੀਤੀ ਹੈ। ਜਿਸ ਕੋਟ ਕੁਛ ਟਕਾ ਲੱਖ ਦੀ। ਕਹਿਣ ਲੱਗਾ, ਸ਼ਾਹ ਬਹਾਦਰ, ਨਾਦਰ ਸ਼ਾਹ ਅਬਦਾਲੀ, ਮੇਰੀ ਗੱਲ ਸੁਣ, ਮੈਂ ਤੈਨੂੰ ਜਿਹੜਾ ਹੈ ਨਾ 30 ਕਰੋੜ ਰੁਪਈਆ, 30 ਕੋਟ, ਕੋਟ ਦੇ ਅਰਥ ਹੁੰਦੇ ਨੇ ਕਰੋੜ, 30 ਦੇ ਆਪਾਂ 30 ਕਰ ਲਵਾਂਗੇ, 30 ਕਰੋੜ ਰੁਪਈਆ ਦੇਣਾ ਜਿਹੜਾ ਹੈ ਮਨਜ਼ੂਰ ਕਰ ਲੈਣਾ ਹਾਂ। ਤੂੰ ਆਪਣੀ ਫੌਜ ਮੇਰੀ ਮਦਦ ਵਾਸਤੇ। ਨਜੀਬ ਖਾਨ ਰੁਹੇਲਾ ਕਹਿੰਦਾ ਪਿਆ ਹੁਣ ਅਬਦਾਲੀ ਨੂੰ ਕਿ ਭੇਜਣੀ ਕਰ ਜੀ। ਅਹਿਮਦ ਸ਼ਾਹ ਦੇ ਮਦਦ ਆਹਿਓ। ਤੇ ਉਹ ਅੱਗੇ ਪੈਸੇ ਦਾ ਭੁੱਖਾ ਸੀ, ਪੈਸੇ ਦਾ ਲੋਭੀ ਸੀ ਅਬਦਾਲੀ। ਉਹ ਤੇ ਭਾਂਡੇ ਪਿੱਤਲ ਦੇ ਲੱਭ ਜਨ, ਕੋਲੀਆਂ ਲੱਭ ਜਨ, ਗਲਾਸ ਲੱਭ ਜਨ, ਚਮਚੇ ਲੱਭ ਜਨ, ਬੱਕਰੀਆਂ ਲੱਭ ਜਨ, ਪਸ਼ੂ ਲੱਭ ਜਨ, ਧੀਆਂ ਭੈਣਾਂ ਲੱਭ ਜਨ। ਉਹ ਤਾਂ ਛੱਡਦਾ ਹੀ ਨਹੀਂ ਸੀ, ਉਹਦਾ ਤਾਂ ਕੰਮ ਹੀ ਇਹੀ ਸੀ ਲੁੱਟਣਾ। ਤੇ ਫਿਰ ਜਾ ਕੇ ਜਿਹੜਾ ਸੀ ਉਹ ਆਪਣੇ ਰਾਜ ਭਾਗ ਦੇ ਚਲ ਜਾਂਦਾ ਸੀ। ਹੁਣ ਜਦੋਂ ਉਹਨੂੰ 30 ਕਰੋੜ ਦੀ ਆਫਰ ਮਿਲੀ, ਹੁਣ 30 ਕਰੋੜ ਉਸ ਸਮੇਂ ਦਾ ਗੁਰੂ ਕੀ ਸੰਗਤ ਜੀ, ਅੱਜ 1 ਕਰੋੜ ਰੁਪਈਆ ਇੱਕ ਸਿੱਖ ਕੋ ਹੋਵੇ ਤੇ ਸਿੱਖ ਕੀ ਨਹੀਂ ਕਰ ਸਕਦਾ। ਪਰ ਬਦਕਿਸਮਤੀ ਹੈ, ਪ੍ਰਚਾਰਕ ਢਾਂਚੇ ਨੂੰ ਜਿਹੜਾ ਹੈ ਉਹ ਸਾਂਭਿਆ ਨਹੀਂ ਜਾ ਰਿਹਾ। ਹੋਰ ਤਾਂ ਆਪਾਂ ਬੜਾ ਕੁਝ ਕਰ ਦਿੰਦੇ ਹਾਂ, ਸੋਨੇ ਦੇ ਮੰਦਿਰ ਬਣਾਉਣ ਤੱਕ ਵੀ ਚਲੇ ਜਾਂਦੇ ਹਾਂ, ਪਰ ਕਿਸੇ ਇੱਕ ਪ੍ਰਚਾਰਕ ਦੇ, ਇੱਕ ਗ੍ਰੰਥੀ ਦੇ, ਇੱਕ ਗੁਰੂ ਕੇ ਘਰ ਦੇ ਵਜ਼ੀਰ ਦਾ ਕਿਤੇ ਇੱਕ ਬੱਚਾ ਸਾਂਭ ਲਿਆ ਜਾਵੇ ਨਾ ਪੜ੍ਹਾਈ ਵਾਲੇ ਪੱਖ ਤੋਂ ਹੀ, ਤੇ ਜੀਵਨ ਜਿਹੜਾ ਹੈ ਸਫਲ ਹੋ ਜਾਂਦਾ। ਮੈਂ ਉਹ ਬਚਨ ਦੁਬਾਰਾ ਆਪਾਂ ਹੋਲੇ ਮਹੱਲੇ ਤੇ ਵੀ ਜਿਹੜਾ ਸੀ ਸਰਵਣ ਕੀਤਾ ਸੀ, ਜੈਸੇ 7 ਮੰਦਰ ਕੰਚਨ ਕੇ ਉਸਾਰ ਦੇ, ਤੈਸਾ ਪੁੰਨ ਇੱਕ ਸਿੱਖ ਕੋ ਗੁਰ ਸ਼ਬਦ ਸਿਖਾਏਗਾ। ਕਿਸੇ ਸਿੱਖ ਨੂੰ ਇੱਕ ਸ਼ਬਦ ਸਿਖਾ ਦੇ। ਹੁਣ ਸ਼ਬਦ ਸਿਖਾਉਣ ਦੇ ਅਰਥ ਦੱਸਾਂ ਕੀ ਸਨ। ਜਿੱਥੇ ਬਾਣੀ ਵੀ ਆਈ ਹੈ ਉੱਥੇ ਕਿਸੇ ਦਾ ਪਰ ਉਪਕਾਰ ਵੀ ਆਇਆ ਹੈ, ਭਾਵ ਕਿ ਉਹਨੂੰ ਦੁਨਿਆਵੀ ਪੜ੍ਹਾਈ ਵੀ ਤੂੰ ਕਰਾ ਸਕਦਾ ਹੈ। ਬੜਾ ਕੁਝ ਹੈ ਉਹਨਾਂ ਸਤਰਾਂ ਦੇ ਵਿੱਚ। ਇੱਥੇ ਇਹ 30 ਕਰੋੜ ਜਿਹੜਾ ਸੀ ਮੰਨ ਗਿਆ ਲੈਣ ਲਈ, ਤੇ ਇਹਨੇ ਹਾਂ ਕਰ ਦਿੱਤੀ। ਆਈ ਜਬ ਉਨਕੀ ਭਈ। ਹਾਂਜੀ ਦੁਬਾਰਾ ਪੜ੍ਹੋ। ਆਇਓ ਆਈ ਜਬ ਉਸਕੀ ਭਈ। ਤੇ ਜਦੋਂ ਹੁਣ ਅਬਦਾਲੀ ਦਾ ਇੱਧਰ ਆਉਣਾ ਹੋਇਆ ਹੈ ਜੀ, ਸੰਗਤ ਭਰਨ ਭਾਜੜ ਪਈ। ਦੂਜੇ ਪਾਸੇ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਸਿੰਘ ਰਹਿੰਦੇ ਪਏ ਸਨ, ਤੇ ਅਬਦਾਲੀ ਨੇ ਤੇ ਪੰਜਾਬ ਲੰਘ ਕੇ ਜਾਣਾ ਹੈ ਨਾ, ਇਸ ਕਰਕੇ ਸਿੱਖਾਂ ਪਰਿਵਾਰ ਨੂੰ ਬੜੀ ਭਾਜੜ ਪੈ ਗਈ ਜੀ। ਜੋ ਨਟ ਤੁਰਿਓ ਪਹਾੜਨ ਵੱਲ। ਕਈ ਤਾਂ ਜਿਹੜੇ ਸਨ ਪਹਾੜਾਂ ਨੂੰ ਚੜ ਗਏ ਹਨ, ਲੁੱਟੇ ਪ੍ਰਗਤੀਏ ਨਾ ਪੁੱਛੀ ਨਾ ਗੱਲ। ਤੇ ਜਿਹੜੇ ਉੱਥੇ ਪਰਬਤੀਏ ਲੁਟੇਰੇ ਸਨ ਉਹਨਾਂ ਸਿੱਖਾਂ ਨੂੰ ਲੁੱਟ ਲੈਂਦੇ ਸਨ। ਜੋ ਬੜ ਲੁੱਟੇ ਬੇਲਨ ਮੱਧ ਦਰਿਆਏ। ਕੁਝ ਕੋ ਸਿੱਖ ਜਿਹੜੇ ਜੰਗਲਾਂ ਬਿਆਬਾਨਾਂ ਦੇ ਵਿੱਚ ਲੁਕ ਗਏ। ਚੋਰਨ ਲੁੱਟੇ ਸ਼ੇਰਨ ਲੈ ਖਾਏ। ਉੱਥੇ ਵੀ ਚੋਰਾਂ ਨੇ ਲੁੱਟ ਲਿਆ, ਤੇ ਕਈ ਆਦਮਖੋਰ ਜਾਨਵਰ ਜਿੱਦਾਂ ਸ਼ੇਰ ਹੁੰਦੇ ਹਨ, ਉਹ ਮਾਸ ਖਾਣ ਵਾਲੇ, ਉਹਨਾਂ ਨੇ ਕਈਆਂ ਨੂੰ ਨਿਗਲ ਲਿਆ, ਆਪਣਾ ਸ਼ਿਕਾਰ ਬਣਾ ਲਿਆ। ਦੇਸ਼ ਮੈਂ ਹੀਆ ਕਰ ਜੋਏ। ਤੇ ਕੁਝ ਜਿਹੜੇ ਆਪਣੇ ਜ਼ੋਰ, ਆਪਣੇ ਬਲ ਦੇ ਨਾਲ ਜਿਹੜੇ ਉੱਥੇ ਟਿਕ ਗਏ। ਜਿਨ ਫੜਾਏ ਸ਼ਰੀਕਨ ਸੋਏ। ਤੇ ਹੁਣ ਜਿਹੜੇ ਸ਼ਰੀਕ ਸਨ ਸਿੱਖਾਂ ਦੇ, ਜਿਹੜੇ ਸੂਈਏ ਸਨ ਅਬਦਾਲੀ ਨੂੰ ਸੂਹ ਦੇਣ ਵਾਲੇ, ਸ਼ਰੀਕ ਕਿਹਨੂੰ ਕਵਾਂਗੇ? ਜੇ ਕਿਤੇ ਧਿਆਨ ਸਿੰਘ ਡੋਗਰਾ ਸ਼ਰੀਕ ਨਾ ਬਣਦਾ ਤੇ ਮਹਾਰਾਜਾ ਰਣਜੀਤ ਦਾ ਰਾਜ ਕਿਤੇ ਜਾਣ ਵਾਲਾ ਸੀ। ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਰਾਮਬਾਗ ਪਾਲਕੀ ਦੇ ਵਿੱਚ ਅੰਤਲੇ ਦਿਨਾਂ ਦੇ ਵਿੱਚ ਆ ਕੇ ਉਹਨੇ ਆਪਣਾ ਦੀਵਾਨ ਲਾਇਆ, ਤੇ ਉਹਨੇ ਕਹਿਣਾ ਕੀਤਾ ਸੀ, ਖਾਲਸਾ ਜੀ ਚੰਗਾ, ਹੁਣ ਅਸੀਂ ਚੱਲਦੇ ਹਾਂ। ਆਖਰ ਉਹ ਸਮਾਂ ਆ ਗਿਆ ਹੈ। ਗੁਰੂ ਰਾਮਦਾਸ ਦੇ ਘਰ ਦੀ ਇਹ ਕਿਰਪਾ ਹੈ
ਕਿ ਹੁਣ ਸਾਨੂੰ ਸੰਸਾਰ ਤੋਂ ਜਿਹੜਾ ਸੀ ਉਹ ਕੂਚ ਕਰਨਾ ਪਵੇਗਾ। ਤੇ ਉਸ ਸਮੇਂ ਜਿਨ੍ਹਾਂ ਨੂੰ ਦਰਦ ਸੀ ਉਸਦੇ ਜਾਣ ਦਾ, ਉਹ ਅੱਖਾਂ ਦੇ ਵਿੱਚ ਹੰਝੂ ਲੈ ਲੈ ਹੋ ਕੇ ਭਰ ਭਰ ਰੋਂਦੇ ਸਨ ਕਿ ਐ ਰਣਜੀਤ ਸਿੰਘ, ਤੇਰੇ ਬਾਅਦ ਪੰਜਾਬ ਜਿਹੜਾ ਹੈ ਖੁੱਸ ਜਾਵੇਗਾ। ਤੇ ਸੱਚਾਈ ਇਹੀ ਰਹੀ ਕਿ ਜਿੱਦਣ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹ ਸੰਸਾਰ ਤੋਂ ਅਕਾਲ ਚਲਾਣਾ ਕਰਦਾ ਹੈ, ਸ਼ਹਿਰਾਂ ਨੇ ਲਿਖਿਆ, ਉੱਥੇ ਲਿਖਾਰੀਆਂ ਨੇ ਲਿਖਿਆ ਕਿ ਉਸ ਦਿਨ ਪੰਜਾਬ ਜਿਹੜਾ ਸੀ ਉਹ ਰੰਡੀ ਹੋ ਗਿਆ। ਤੇ ਹੋਇਆ ਵੀ ਇੱਦਾਂ, ਧਿਆਨ ਸਿੰਘ ਡੋਗਰਿਆਂ ਨੇ ਜਿਹੜਾ ਸੀ ਨਾ ਜੋ ਕੁਝ ਕੀਤਾ, ਉਹਦੇ ਬਾਅਦ ਪੰਜਾਬ ਸਾਡੇ ਤੋਂ ਜਾਂਦਾ ਰਹਿ ਗਿਆ, ਉਹ ਰਾਜ ਭਾਗ ਸਾਡੇ ਤੋਂ ਜਾਂਦਾ ਰਹਿ ਗਿਆ। ਇੱਥੇ ਜਿਹੜੇ ਸਨ ਸ਼ਰੀਕ ਅਬਦਾਲੀ ਨੂੰ ਸੂਹਾਂ ਦੇਣ ਵਾਲੇ ਸਿੱਖਾਂ ਦੀਆਂ, ਉਹਨਾਂ ਨੇ ਅਬਦਾਲੀ ਨੂੰ ਦਿੱਤੀਆਂ ਸੂਹਾਂ ਵੀ ਸਿੱਖ ਇੱਥੇ ਇੱਥੇ ਬੈਠੇ ਨੇ, ਤੂੰ ਆ ਕੇ ਜਿਹੜਾ ਹੈ ਇਹਨਾਂ ਦਾ ਕਤਲੇਆਮ ਕਰ ਦੇ ਜੀ। ਆਪਣੇ ਘਰਾਂ ਨੂੰ ਛੱਡ ਕੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਜਿਹੜੇ ਪਰਿਵਾਰ ਸਨ ਜਿੱਥੇ ਜਿੱਥੇ ਜਾਂਦੇ ਸੀ, ਤੇ ਜਿਉਂ-ਜਿਉਂ ਦੂਰ ਦੂਰ ਨਿਕਲਦੇ ਬੀਆਬਾਨਾਂ ਜੰਗਲਾਂ ਪਹਾੜਾਂ ਨੂੰ, ਤਿਉਂ ਬੜੇ ਦੁੱਖ ਪਾਉਂਦੇ ਸਨ। ਉੱਥੇ ਕੌਣ ਵਾਲੀ ਸੀ? ਆਪਣਾ ਤੇ ਕੋਈ ਹੈ ਨਹੀਂ ਸੀ, ਬਗਾਨਿਆਂ ਨੇ ਤੇ ਫਿਰ ਲੁੱਟਣਾ ਸੀ। ਹਾਂਜੀ, ਜਿਹੜੇ ਜੰਗਲਾਂ ਦੇ ਵਿੱਚ ਜਾ ਪੁੱਜੇ ਸਨ ਆਪਣੀਆਂ ਜਾਨਾਂ ਬਚਾਉਣ ਵਾਸਤੇ, ਪਰ ਉਹਨਾਂ ਭਲਿਆਂ ਨੂੰ ਕੀ ਪਤਾ ਸੀ ਕਿ ਇੱਥੇ ਬਗਾਨੇ ਜਿਹੜੇ ਸਨ ਸਾਨੂੰ ਲੁੱਟ ਲੈਣਗੇ। ਤੇ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਨਿਹੰਗ ਅਕਾਲੀ ਬਾਬਾ ਗੁਰਬਖਸ਼ ਸਿੰਘ ਜੀ ਨੂੰ ਜਦੋਂ ਇਹਨਾਂ ਗੱਲਾਂ ਦਾ ਪਤਾ ਲੱਗਾ ਨਾ ਕਿ ਸਿੱਖਾਂ ਦੇ ਉੱਤੇ ਕਤਲੇਆਮ ਹੋ ਰਿਹਾ ਹੈ, ਸਿੱਖ ਆਪਣੀਆਂ ਜਾਨਾਂ ਬਚਾਉਣ ਵਾਸਤੇ ਬੀਆਬਾਨ ਜੰਗਲਾਂ ਦੇ ਵਿੱਚ ਕਿਤੇ ਪਹਾੜਾਂ ਨੂੰ ਚੜ੍ਹ ਰਹੇ ਨੇ, ਇਹੋ ਜਿਹਾ ਸਮਾਂ ਆ ਗਿਆ ਗੁਰਕੀ ਸੰਗਤ ਜੀ ਕਿ ਖਾਣ ਦੇ ਵੀ ਲਾਲੇ ਪੈ ਗਏ। ਤੇ ਬਾਬਾ ਜੀ ਨੇ ਮਨ ਦੇ ਵਿੱਚ ਇਸ ਤਰ੍ਹਾਂ ਫਿਰ ਵਿਚਾਰ ਕੀਤੀ ਹੈ ਜੀ। ਆਂਦੇ ਉਸ ਸਮੇਂ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਿਆ ਸ਼ਾਮਾਂ ਨੂੰ, ਤੇ ਫਿਰ ਖਾਲਸਾ ਜੀ ਨੇ ਦੀਵਾਨ ਜਿਹੜਾ ਹੈ ਉਹ ਇਕੱਤਰ ਕੀਤਾ ਹੈ। ਤੇ ਅਕਾਲ ਬੁੰਗੇ ਅਕਾਲ ਤਖਤ ਦੇ ਸਾਹਮਣੇ ਜਿਹੜਾ ਸੀ ਉਹ ਤਖਤ ਲਗਾਇਆ ਗਿਆ। ਤੇ ਜਿਹੜੇ ਉੱਥੇ ਹੁਣ ਬਚ ਗਏ ਸਨ ਸਿੰਘ ਸਿੰਘਣੀਆਂ, ਬੱਚੇ ਬਜ਼ੁਰਗ ਆਦਿਕ, ਗੁਰਮਤਾ ਕੀਤਾ ਗਿਆ ਕਿ ਜਿਹੜੇ ਤੇ ਮਰਨ ਵਾਸਤੇ ਆਪਣੀ ਜਾਨ ਹਥੇਲੀ ਤੇ ਰੱਖਣਾ ਚਾਹੁੰਦੇ ਨੇ ਉਹ ਇੱਥੇ ਖਲੋ ਜਾਣ। ਜਿਹੜੇ ਸੂਰਬੀਰ ਨੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਅਣਖ ਹੈ, ਹੁਣ ਬੱਚੇ ਬੀਬੀਆਂ ਬਜ਼ੁਰਗ ਆਦਿਕ ਉਹ ਵੀ ਤੇ ਕਿਸੇ ਸਾਈਡ ਤੇ ਲਾਉਣੇ ਸਨ। ਹਾਲਾਂਕਿ ਦੂਜੇ ਵੀ ਨਾਲ ਡਰਪੋਕ ਲੋਕ ਵੀ ਜਿਹੜੇ ਹੁੰਦੇ ਨੇ ਨਾ, ਉਹ ਵੀ ਇਹਨਾਂ ਸਮਿਆਂ 'ਚ ਜਿਹੜੇ ਸੀ ਨਾ ਉਹ ਸਾਥ ਛੱਡ ਦਿੰਦੇ ਸਨ। ਪਰ ਇੱਥੇ ਸੰਕੇਤ ਮਾਤਰ ਸਮਝਣਾ ਕਿ ਉਸ ਬਜ਼ੁਰਗਾਂ ਨੂੰ, ਉਹਨਾਂ ਬੀਬੀਆਂ ਨੂੰ, ਉਹਨਾਂ ਬੱਚਿਆਂ ਨੂੰ ਨਾ ਉਹਨਾਂ ਦੀ ਜਾਨ ਦੀ ਰਾਖੀ ਵਾਸਤੇ ਉਸ ਵਹੀਰ ਨੂੰ ਬਾਬਾ ਜੀ ਨੇ ਕਿਹਾ ਕਿ ਹੁਣ ਤੁਸੀਂ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਜਿਹੜਾ ਹੈ ਨਾ ਇਹ ਖਾਲੀ ਕਰ ਦਵੋ, ਕਿਤੇ ਥਾਂ ਬਗਾਹੇ ਜਾ ਕੇ ਆਪ ਜੀ ਸ਼ਰਨ ਲੈ ਲਵੋ ਜੀ। ਤੇ ਕਿਉਂਕਿ ਫੌਜ ਜਿਹੜੀ ਸੀ ਉਹ ਉੱਥੇ ਆਉਣ ਵਾਲੀ ਸੀ ਉਸ ਥਾਂ ਦੇ ਉੱਤੇ ਜੀ। ਉਦੋਂ ਬਾਬਾ ਜੀ ਹੁਣਾਂ ਨੇ ਇਹ ਗੱਲ ਕਹੀ ਹੈ ਤੇ ਉਦੋਂ ਬਾਬਾ ਜੀ ਨੇ ਇੱਕ ਬਚਨ ਹੋਰ ਕੀਤਾ। ਪਹਿਲਾਂ ਵਹੀਰਾਂ ਨੂੰ ਕਹਿ ਦਿੱਤਾ ਕਿ ਤੁਸੀਂ ਇੱਕ ਸਾਈਡ ਤੇ ਚਲੇ ਜਾਓ, ਫਿਰ ਕਹਿਣ ਲੱਗੇ ਕਿ ਕੋਈ ਇਹਨਾਂ ਸੂਰਮਿਆਂ ਦੇ ਵਿੱਚ, ਇਸ ਖਾਲਸੇ ਦੇ ਵਿੱਚ ਕੋਈ ਹੈ ਮਝਾਰੀ ਸਿੰਘ, ਕੋਈ ਮਾਝੇ ਦਾ ਸਿੰਘ ਇਹੋ ਜਿਹਾ ਹੈਗਾ ਹੈ ਜੀ, ਤੇ ਆਪਣਾ ਸੀਸ ਲਾ ਦਵੇ, ਆਪਣਾ ਸੀਸ ਜਿਹੜਾ ਹੈ ਉਹ ਗੁਰੂ ਨੂੰ ਭੇਟ ਕਰ ਦਵੇ। ਐਸਾ ਸਤਿਗੁਰੂ ਜੇ ਮਿਲੇ ਜਿਸ ਨੂੰ ਸਿਰ ਸੌਂਪੀ ਹੈ, ਕੋਈ ਹੈਗਾ ਕਹਿਣ ਵਾਲਾ? ਤੇ ਉਹਦੀ ਦਿੱਤੇ ਹੋਏ ਸੀਸ ਦੇ ਸਦਕੇ ਉਹਦੀ ਪੁਕਾਰ ਜਿਹੜੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਵਿੱਚ ਸੁਣੀ ਜਾਵੇ। ਕੀ ਪੁਕਾਰ? ਜਿੱਥੇ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਧਰਤੀ ਰੋਂਦੀ ਤੇ ਕਰਲਾਉਂਦੀ ਪਈ ਸੀ, ਬਾਬਾ ਇਸ ਧਰਤੀ ਦੇ ਉੱਤੇ ਹੋ ਰਹੇ ਜ਼ੁਲਮ ਨੂੰ ਥੰਮਣ ਵਾਸਤੇ ਕੋਈ ਆਪਣਾ ਜਿਹੜਾ ਹੈ ਪਿਆਰਾ ਭੇਜ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ। ਫਿਰ ਚਾਨਣ ਹੋ ਗਿਆ, ਇਹ ਪਾਪ ਜਿਹੜੇ ਨੱਠ ਤੁਰੇ। ਹੁਣ ਇੱਥੇ ਵੀ ਬੇਨਤੀ ਕਰ ਰਹੇ ਨੇ
ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਕਿ ਕੋਈ ਹੈਗਾ ਜਿਹੜਾ ਆਪਣਾ ਸੀਸ ਲਾਵੇ ਉਸ ਅਕਾਲ ਪੁਰਖ ਲਈ ਤੇ ਪੁਕਾਰ ਉਹਦੀ ਜਿਹੜੀ ਹੈ ਉਸ ਸੀਸ ਦੇ ਬਦਲੇ ਸੁਣੀ ਜਾਏ ਕਿ ਇਹ ਅਵਦਾਲੀ, ਇਹ ਜ਼ਾਲਮ ਜਿਹੜਾ ਹੈ ਇਹਨੂੰ ਠੰਡ ਪੈ ਜਾਵੇ। ਅੱਜ ਤੋਂ ਬਾਅਦ ਇਹ ਪੰਜਾਬ ਦੀ ਧਰਤੀ ਦੇ ਉੱਤੇ ਜਿਹੜਾ ਹੈ ਇਹਦੇ ਕਦਮ ਜਿਹੜੇ ਨੇ ਉਹ ਨਾ ਆਉਣੇ ਹੋਣ। ਇਸ ਤਰ੍ਹਾਂ ਬਾਬਾ ਜੀ ਪੁੱਛ ਰਹੇ ਹਨ ਜੀ। ਤੇ ਉਹਦੀ ਪੁਕਾਰ ਜਿਹੜਾ ਸੀਸ ਭੇਟ ਕਰ ਦਵੇਗਾ ਨਾ ਆਪਣਾ, ਤੇ ਉਹਦੀ ਪੁਕਾਰ ਜਿਹੜੀ ਹੈ ਰੱਬ ਦੇ ਘਰ ਦੇ ਅੰਦਰ ਜ਼ਰੂਰ ਸੁਣੀ ਜਾਵੇਗੀ। ਪਰ ਉਹਦੀਆਂ ਕੁਝ ਸ਼ਰਤਾਂ ਰੱਖ ਦਿੱਤੀਆਂ। ਉਹ ਪੁਕਾਰ ਕਰਨ ਵਾਲਾ, ਉਹ ਸੀਸ ਭੇਟ ਕਰਨ ਵਾਲਾ ਕਿੱਦਾਂ ਦਾ ਹੋਣਾ ਚਾਹੀਦਾ ਹੈ? ਉਹ ਹਠੀ ਹੋਣਾ ਚਾਹੀਦਾ ਹੈ, ਉਹ ਤਪੀ ਹੋਣਾ ਚਾਹੀਦਾ ਹੈ, ਉਹ ਜਪ ਭਾਵ ਜਪੀ ਹੋਣਾ ਚਾਹੀਦਾ ਹੈ। ਜਪ ਤਪ ਤੇ ਹਠੀ ਸਿੰਘ ਜਿਹੜਾ ਹੋਵੇ ਜੀ, ਉਹ ਅੰਦਰੋਂ ਵੀ ਸਚਿਆਰਾ ਹੋਵੇ, ਬਾਹਰੋਂ ਵੀ ਸਚਿਆਰਾ ਹੋਵੇ, ਤੇ ਉਹ ਰਹਿਤਵਾਨ ਜਿਹੜਾ ਹੈ ਪਰਪੱਕ ਹੋਵੇ। ਮੈਂ ਅੰਮ੍ਰਿਤ ਵੇਲੇ ਵੀ ਜਿਹੜੇ ਆਏ ਅੱਜ ਦੇ ਬਚਨ ਹੁਕਮਨਾਮੇ ਦੇ ਰੂਪ ਦੇ ਵਿੱਚ, ਉਹਦੇ ਵਿੱਚ ਵੀ ਵਿਚਾਰ ਚੱਲਣੀ ਸੀ ਇਸ ਪੱਖ ਦੇ ਕਿ ਜੀ ਹੋ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹੋ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਇ ਪਹੁੰਚੇ ਨਾਹੀ ਮਨਸਾ, ਸੱਚ ਸਮਾਨੀ, ਜਨਮ ਰਤਨ ਜਿਨੀ ਖਟਿਆ ਭਲੇ ਸੇਵ ਨਜ਼ਾਰੇ, ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹੇ ਗੁਰ ਨਾਲੇ। ਜਿਹਦਾ ਅੰਦਰੋਂ ਬਾਹਰੋਂ ਹਿਰਦਾ ਜਿਹੜਾ ਹੈ ਨਿਰਮਲ ਹੋ ਗਿਆ, ਗੁਰੂ ਸਦਾ ਉਹਦੇ ਅੰਗ ਸੰਗ ਰਹਿੰਦਾ ਹੈ। ਤੇ ਆਪਾਂ ਪੜ੍ਹਦੇ ਬਾਣੀ ਦੇ ਵਿੱਚ ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸਮਾਲੇ। ਬਾਬਾ ਜੀ ਕਹਿ ਰਹੇ ਹਨ ਕਿ ਇਹ ਭਾਈ ਜਿਹੜਾ ਸੀਸ ਭੇਟ ਕਰ ਦਵੇਗਾ ਨਾ, ਉਹਦੀ ਪੁਕਾਰ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਵੇਗੀ। ਤੇ ਕਿਸੇ ਦੇ ਕਾਰਜ ਸਵਾਰਨ ਵਾਸਤੇ, ਆਪਣਾ ਕਾਰਜ ਸਵਾਰਨ ਵਾਸਤੇ ਨਹੀਂ, ਪਰ ਸਵਾਰਥ ਕਿਸੇ ਦਾ ਸਵਾਰਥ, ਕਿਸੇ ਦੇ ਉੱਤੇ ਹੋ ਰਹੇ ਜ਼ੁਲਮ ਨੂੰ ਰੋਕਣ ਵਾਸਤੇ ਉਹ ਸੀਸ ਜਿਹੜਾ ਹੈ ਚਾਹੀਦਾ ਹੈ। ਜਿਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਉਹਨਾਂ ਨੇ ਆਪਣੀ ਸ਼ਹੀਦੀ ਦੇ ਦਿੱਤੀ ਤੇ ਵਜ਼ੀਰ ਖਾਨ ਵਰਗਿਆਂ ਨੂੰ ਜਿਹੜਾ ਸੀ ਜੁੱਤੀ ਦੀ ਨੋਕ ਤੇ ਤੋੜਨਾ ਕੀਤਾ। ਸਾਰੇ ਸਿੰਘਾਂ ਨੇ ਜਦੋਂ ਇਹ ਗੱਲ ਸੁਣੀ ਤੇ ਉਦੋਂ ਫਿਰ ਸਿੰਘਾਂ ਨੇ ਇਸ ਤਰ੍ਹਾਂ ਬਚਨ ਕੀਤੇ ਬਾਬਾ ਜੀ ਨੂੰ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਸ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੁੱਛਦੇ ਨੇ ਨਾ ਵੀ ਇਹ ਪੰਡਤ ਜਿਹੜੇ ਨੇ ਆਏ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਆਏ ਕਾਹਦੇ ਲਈ? ਤੇ ਪਾਤਸ਼ਾਹ ਕਹਿੰਦੇ ਨੇ ਕਿ ਕੋਈ ਬਲੀ ਸੂਰਮਾ, ਕੋਈ ਜਪੀ ਤਪੀ ਸੂਰਮਾ ਜੇ ਆਪਣਾ ਬਲੀਦਾਨ ਦੇ ਦੇਵੇ ਤੇ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਤੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕਿਹਾ ਸੀ, ਪਿਤਾ ਗੁਰਦੇਵ, ਤੁਹਾਡੇ ਤੋਂ ਵੱਡਾ ਤਿਆਗੀ ਤੇ ਤੁਹਾਡੇ ਤੋਂ ਵੱਡਾ ਜਪੀ ਤਪੀ ਹਠੀ ਤੇ ਤੁਹਾਡੇ ਤੋਂ ਵੱਡਾ ਬਲੀ ਕਿਹੜਾ ਹੋ ਸਕਦਾ ਹੈ? ਇਹਦੇ ਵਿੱਚ ਤੇ ਤੁਸੀਂ ਪਰਪੱਕ ਹੋ ਸਕਦੇ ਹੋ। ਹੁਣ ਇੱਥੇ ਵੀ ਉਹ ਵੇਖੋ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ, ਬਾਬੇ ਦੀਆਂ ਆਈਆਂ ਤੇ ਅੱਗੇ ਪੋਤੇ ਤੇ ਕਰਨਗੇ ਨਾ। ਇਹ ਖਾਲਸਾ ਪੰਥ ਹੈ, ਗੁਰੂ ਨੇ ਜਿਹੜਾ ਹੈ ਪੈਦਾ ਕੀਤਾ ਹੈ। ਤੇ ਅੱਜ ਬਾਬਾ ਗੁਰਬਖਸ਼ ਸਿੰਘ ਜੀ ਹੁਣਾਂ ਨੂੰ ਸਿੰਘਾਂ ਨੇ ਜਿਹੜਾ ਹੈ ਇਹ ਗੱਲ ਜਿਹੜੀ ਹੈ ਉਹ ਕਹਿ ਦਿੱਤੀ ਹੈ ਕਿ ਤੁਸੀਂ, ਤੁਹਾਡੇ ਵਰਗੇ ਜਿਹੜੇ ਨੇ ਜਪੀ ਤਪੀ ਹਠੀ ਜਿਹੜੇ ਨੇ, ਉਹਦੇ ਵਰਗਾ ਹੋਰ ਕਿਹੜਾ ਹੋ ਸਕਦਾ ਹੈ ਜੀ? ਏਦਾਂ ਦੀ ਸ਼ਕਤੀ ਹੋਰ ਕਿਸੇ ਦੇ ਵਿੱਚ ਨਹੀਂ ਹੋ ਸਕਦੀ ਬਾਬਾ ਜੀ, ਜਿੱਦਾਂ ਦਾ ਤੁਹਾਡਾ ਨਿਤਨੇਮ ਹੈ, ਜਿੱਦਾਂ ਦੀ ਤੁਹਾਡੀ ਰਹਿਤ ਬਹਿਤ ਹੈ। ਤੇ ਤੁਹਾਡੇ ਵਰਗੇ ਸਿੱਖ ਦੀ ਕੀਤੀ ਹੋਈ ਪੁਕਾਰ, ਧਿਆਨ ਦੇਣਾ, ਸਿੱਖ ਕਹਿ ਰਹੇ ਨੇ ਬਾਬਾ ਜੀ ਤੁਹਾਡਾ ਸੀਸ ਜਿਹੜਾ ਦਿੱਤਾ ਹੋਇਆ ਰੱਬ ਦੇ ਘਰ ਦੇ ਵਿੱਚ ਕਿਉਂ ਦਾ ਪ੍ਰਵਾਨਿਆ ਜਾਵੇਗਾ? ਇਸ ਕਰਕੇ ਤੁਹਾਨੂੰ ਹੀ ਸੀਸ ਦੇਣਾ ਜਿਹੜਾ ਹੈ ਬਣਦਾ ਹੈ ਜੀ। ਪਿਆਰ ਨਾਲ ਕਹੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜਾਂ ਨੂੰ ਅੰਮ੍ਰਿਤ ਛਕਾਇਆ, ਸਿੰਘ ਸਜਾ ਦਿੱਤਾ। ਪਾਤਸ਼ਾਹ ਕਹਿੰਦਾ ਹੈ ਕਿ ਮੈਨੂੰ ਵੀ ਅੰਮ੍ਰਿਤ ਛਕਾਓ। ਤੇ ਉਦੋਂ ਬਚਨ ਹੋਏ ਕਿ ਸਾਨੂੰ ਕੀ ਦੇਵੇਗਾ? ਤੇ ਉਦੋਂ ਪਾਤਸ਼ਾਹ ਕਹਿੰਦਾ ਮੈਂ ਸਰਬੰਸ ਦੇ ਦੇਵਾਂਗਾ। ਤੁਸੀਂ ਇੱਕ ਇੱਕ ਸੀਸ ਦਿੱਤਾ ਹੈ, ਮੈਂ ਸਰਬੰਸ ਦੇ ਦੇਵਾਂਗਾ। ਤੇ ਹੱਥ ਜੋੜ ਕਰਕੇ ਬਾਬੇ ਨੇ ਜਿਹੜਾ ਸੀ ਉਹਨਾਂ ਦੀ ਗੱਲ ਜਿਹੜੀ ਮੰਨ ਲਈ ਤੇ ਸਿੱਖਾਂ ਨੇ ਵੀ ਮੰਨ ਕੇ ਬਾਬੇ ਨੂੰ ਅੰਮ੍ਰਿਤ ਛਕਾ ਦਿੱਤਾ। ਬਚਨ ਆਏ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਕਹਾਣੀ ਸਿੱਖ ਦ੍ਰਿੜ ਕਰਾ ਰਹੇ ਨੇ। ਬਾਬਾ
ਗੁਰਬਖਸ਼ ਸਿੰਘ ਜੀ ਖਾਲਸਾ ਨਿਹੰਗ ਅਕਾਲੀ ਜੀ ਨੇ ਅੱਜ ਖਾਲਸੇ ਦੇ ਸਾਹਮਣੇ ਸਿਰ ਝੁਕਾ ਦਿੱਤਾ, ਹੱਥ ਜਿਹੜੇ ਨੇ ਜੋੜ ਦਿੱਤੇ ਨੇ, ਕਹਿਣ ਲੱਗੇ ਜੋ ਖਾਲਸੇ ਨੇ ਹੁਕਮ ਲਾਇਆ ਹੈ ਉਹ ਮੈਨੂੰ ਸਿਰ ਮੱਥੇ ਹੈ ਜੀ। ਹੱਥ ਜੋੜ ਕੇ ਕਰਨਾ ਲਿਓ ਬੰਦਾਏ। ਹੁਣ ਵਿਆਹ ਦਾ ਦ੍ਰਿਸ਼ਟਾਂਤ ਦੇ ਰਹੇ ਨੇ ਇਹਨਾਂ ਕੁਝ ਸਤਰਾਂ ਦੇ ਵਿੱਚ ਆਂਦੇ, ਜਿੱਦਾਂ ਕਹਿ ਦਿੰਦੇ ਨਾ ਕਿ ਸਾਹੇ ਬੰਨ੍ਹ ਦੇਣਾ। ਇੱਕ ਹੁੰਦੀ ਹੈ ਸਾਹੀ ਚਿੱਠੀ ਆ ਗਈ ਤੇ ਸਾਹੇ ਬੰਨ੍ਹ ਦੇਣਾ, ਦੂਜਾ ਹੁੰਦਾ ਹੈ ਬੱਚੇ ਦੇ ਹੱਥ ਦੇ ਉੱਤੇ ਨਾ ਗੁੱਟ ਦੇ ਉੱਤੇ ਗਾਨਾ ਬੰਨ੍ਹ ਦਿੰਦੇ ਨੇ ਵਿਆਹਾਂ ਦੇ ਵਿੱਚ। ਤੇ ਜਿੱਦਣ ਗਾਨਾ ਬੰਨ੍ਹ ਦਿੱਤਾ ਜਾਂਦਾ ਹੈ ਤੇ ਉਦੋਂ ਪਰਿਵਾਰ ਕਹਿੰਦਾ ਹੈ ਹੁਣ ਤੂੰ ਸਾਹੇ ਬੰਨ੍ਹ ਦਿੱਤਾ, ਹੁਣ ਤੈਨੂੰ ਗਾਨਾ ਵੱਜ ਗਿਆ, ਇਸ ਕਰਕੇ ਤੈਨੂੰ ਇਜਾਜ਼ਤ ਹੈ ਕਿ ਲਾਗੇ ਲਾਗੇ ਘਰਾਂ ਦੇ ਵਿੱਚ ਘੁੰਮ ਲੈ, ਗਲੀ ਮੁਹੱਲੇ ਘੁੰਮ ਲੈ, ਇਸ ਤੋਂ ਦੂਰ ਨਾ ਜਾਵੀਂ, ਬਾਹਰ ਜਾਇਆ ਤੈਨੂੰ ਜਾਣ ਨੂੰ ਖਤਰਾ ਹੋ ਸਕਦਾ ਹੈ। ਹੁਣ ਇੱਥੇ ਦੇਣੀ ਹੈ ਸ਼ਹੀਦੀ, ਇੱਥੇ ਦੇਣਾ ਹੈ ਸੀਸ। ਤੇ ਉਹ ਗਾਨੇ ਜਿਹੜੇ ਨੇ ਮੌਤ ਨੂੰ ਵਿਆਹੁਣ ਵਾਲੇ, ਮੌਤ ਰੂਪ ਵਾਹਿਗੁਰੂ ਮੌਤ ਰੂਪ ਲਾੜੀ ਨੂੰ ਵਿਆਹੁਣ ਵਾਲੇ ਗਾਨੇ ਜਿਹੜੇ ਨੇ ਬਾਬਾ ਜੀ ਨੇ ਬੰਨ ਲਏ ਹਨ ਜੀ। ਉਦੋਂ ਬਾਬਾ ਜੀ ਨੇ ਇਸ ਤਰ੍ਹਾਂ ਬਚਨ ਕੀਤਾ ਹੈ, ਜਿਹੜਾ ਹੈ ਤੁਹਾਡੇ ਵਿੱਚ ਕੋਈ ਗੁਰਮੁਖ ਪਿਆਰਾ ਜੀ, ਜਿਹੜਾ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਸਾਡੇ ਨਾਲ ਤਿਆਰੀ ਕਰੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸ਼ਰਬਾਲੋ ਵਿਆਹ ਦੇ ਵਿੱਚ ਜਿੱਥੇ ਲਾੜਾ ਸੋਭਦਾ ਹੈ ਉੱਥੇ ਸ਼ਰਬਾਲੇ ਦੀ ਪਰਿਭਾਸ਼ਾ ਜਿਹੜੀ ਹੈ ਬੜੀ ਹੀ ਜਿਹੜੀ ਹੈ ਮਹੱਤਵਪੂਰਨ ਹੈ। ਜਿਸ ਵਿਆਹ ਦੇ ਵਿੱਚ ਸ਼ਰਬਾਲਾ ਨਾ ਹੋਵੇ ਉਸ ਵਿਆਹ ਨੂੰ ਵੀ ਅੱਧਾ ਮੰਨਿਆ ਜਾਂਦਾ ਹੈ। ਇਹ ਕਥਾ ਕਿਸ ਤਰ੍ਹਾਂ ਅੱਗੇ ਚੱਲ ਰਹੀ ਹੈ, ਵਿਆਹ ਦਾ ਦ੍ਰਿਸ਼ਟਾਂਤ ਦੇ ਕਰਕੇ ਕਿਸ ਤਰ੍ਹਾਂ ਮੌਤ ਲਾੜੀ ਨੂੰ ਵਿਆਹੁਣ ਵਾਸਤੇ ਬਾਬਾ ਗੁਰਬਖਸ਼ ਸਿੰਘ ਜੀ ਜਿਹੜੇ ਨੇ ਆਪਣੀ ਤਿਆਰੀ ਕਰ ਰਹੇ ਨੇ। ਅੱਗੋਂ ਅਬਦਾਲੀ ਕਿਸ ਤਰ੍ਹਾਂ ਆ ਰਿਹਾ ਹੈ, ਕਿਸ ਤਰ੍ਹਾਂ ਦੋ ਹੱਥ ਹੁੰਦਿਆਂ ਹੋਇਆਂ ਅਬਦਾਲੀ ਦੇ ਨਾਲ ਲੜਦਿਆਂ ਬਾਬਾ ਜੀ ਸ਼ਹੀਦੀ ਕਿਸ ਤਰ੍ਹਾਂ ਪਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਉਣ ਵਾਲੇ ਦੀਵਾਨਾਂ ਦੇ ਵਿੱਚ ਸਰਵਨ ਕਰਨ ਦਾ ਯਤਨ ਕਰਾਂਗੇ। ਇਤਨੀ ਸੇਵਾ ਪ੍ਰਵਾਨ ਕਰਨੀ ਜੀ। ਵਿਸਰ ਨਹੀਂ ਦਾਤਾ ਆਪਣਾ